ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਮੈਂ ਹਾਂ ਸੰਗਤਾਰ। ਪੰਜਾਬੀ ਪੋਡਕਾਸਟ ਦੇ ਇਸ ਹਫ਼ਤੇ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਬੰਟੀ ਬੈਂਸ ਹੁਣਾਂ ਦੇ ਨਾਲ। ਬੰਟੀ ਬੈਂਸ ਹੁਣਾਂ ਨੇ ਬਹੁਤ ਹੀ ਆਰਟਿਸਟ ਪ੍ਰੋਡਿਊਸ ਕੀਤੇ ਨੇ, ਕਈ ਆਰਟਿਸਟਾਂ ਦੇ ਉਹਨਾਂ ਨੇ ਨਾਮ ਰੱਖੇ ਨੇ, ਕਈਆਂ ਦੇ ਕੈਰੀਅਰ ਲਾਂਚ ਕੀਤੇ ਨੇ ਅਤੇ ਸੈਂਕੜੇ ਗੀਤ ਪੰਜਾਬੀ ਦੇ ਵਿੱਚ ਲਿਖੇ ਨੇ ਜਿਹੜੇ ਸੁਪਰ ਹਿੱਟ ਹੋਏ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਉਹਨਾਂ ਤੋਂ ਕੁਝ ਦਿਲਚਸਪ ਕਹਾਣੀਆਂ, ਕੁਝ ਦਿਲਚਸਪ ਕਿੱਸੇ ਅਤੇ ਜ਼ਿੰਦਗੀ ਦੇ ਤਜਰਬੇ ਸੁਣੀਏ। ਪੰਜਾਬੀ ਪੋਡਕਾਸਟ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ। ਬੰਟੀ ਬੈਂਸ ਜੀ, ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ। ਭਾਜੀ ਸਤਿ ਸ਼੍ਰੀ ਅਕਾਲ। ਮੈਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਪੋਡਕਾਸਟ 'ਤੇ ਆ ਕੇ। ਮੈਂ ਪਹਿਲਾਂ ਵੀ ਤੁਹਾਡੇ ਐਪੀਸੋਡ ਸੁਣੇ ਨੇ, ਦੇਬੀ ਭਾਜੀ ਵਾਲਾ, ਗਿੱਲ ਵਾਲਾ। ਬਹੁਤ ਸਵਾਦ ਆਉਂਦਾ ਸੁਣ ਕੇ। ਕਾਰ 'ਚ ਕਈ ਵਾਰੀ ਜਦੋਂ ਜਾਈਦਾ ਇੱਧਰ ਉੱਧਰ ਕਿਤੇ ਮੈਂ ਲਾ ਲੈਂਦਾ ਉਹ, ਅਤੇ ਬੜਾ ਸਵਾਦ ਆਉਂਦਾ ਗੱਲਾਂ ਸੁਣ ਕੇ। ਦੇਬੀ ਭਾਜੀ ਵਾਲਾ ਸੀਗਾ ਜਿਵੇਂ ਉਹਦੇ 'ਚ ਮਨਮੋਹਨ ਭਾਜੀ ਹੋਣ ਵਾਲੀ ਗੱਲ ਤੁਸੀਂ ਦੱਸੀ, ਗਾਂ ਵਾਲੀ, ਉਹ ਸਾਰੀਆਂ ਗੱਲਾਂ ਯਾਦ ਨੇ ਬਹੁਤ। ਹਾਂਜੀ, ਬਹੁਤ ਚੰਗਾ ਲੱਗਿਆ ਮੈਨੂੰ ਤਾਂ। ਜਦੋਂ ਆਪਾਂ ਮਿਲਦੇ ਵੀ ਰਹੇ ਹਾਂ ਅਮਰੀਕਾ, ਉਹ ਵੀ ਸਾਰੀਆਂ ਇਕੱਲੀਆਂ ਗੱਲਾਂ ਯਾਦ ਨੇ ਜਿਹੜੇ ਤੁਸੀਂ ਕਿੱਸੇ ਸੁਣਾਏ। ਉਹ ਬਸ ਇੱਦਾਂ ਹੁੰਦਾ ਕਿ ਹਾਸੇ ਮਜ਼ਾਕ 'ਚ ਜਿਹੜਾ ਟਾਈਮ ਲੰਘ ਜਾਵੇ ਨਾ। ਹਾਂਜੀ। ਇੱਕ ਦਿਨ ਮੈਂ ਨਾ ਆਪਣੇ ਕਿਤੇ ਬਾਂਸਰੀ ਦਾ ਇੱਕ ਪੀਸ ਜਿਹਾ ਵਜਾਇਆ ਕਿਸੇ ਗੀਤ ਦੇ ਵਿੱਚ, ਅਤੇ ਮੈਂ ਮਨਮੋਹਨ ਨੂੰ ਭੇਜਿਆ ਅਤੇ ਮਨਮੋਹਨ ਹੁਣੀ ਕਹਿੰਦੇ ਯਾਰ ਬਹੁਤ ਵਧੀਆ ਪੀਸ। ਮੈਂ ਕਿਹਾ ਮਨਮੋਹਨ, ਇਹ ਮੈਨੂੰ ਪੀਸ ਸੁਣ ਕੇ ਨਾ ਉਹ ਟਾਈਮ ਯਾਦ ਆਉਂਦਾ ਵੀ ਜਦੋਂ ਇਹ ਪੀਸ ਮੇਰਾ ਆਪਣਾ ਹੀ ਭਾਵੇਂ ਵਜਾਇਆ ਜਾਂ ਵੱਜਦਾ, ਇੱਦਾਂ ਲੱਗਦਾ ਵੀ ਇਹ ਗੀਤ ਸਪੀਕਰ 'ਤੇ ਲੱਗਾ ਆ, ਕੋਠੇ 'ਤੇ ਥੱਲੇ ਜਲੇਬੀਆਂ ਵੰਡ ਹੋ ਰਹੀਆਂ, ਲੋਕ ਖਾ ਰਹੇ ਆ, ਹਲਵਾਈ ਲੱਗੇ ਹੋ ਆ ਅਤੇ ਬੰਦੇ ਤੁਰੇ ਫਿਰਦੇ, ਕੋਈ ਕੁਛ ਕਹਿੰਦਾ ਉਹ ਮਟਰ ਲਿਆਓ ਬਈ, ਉਹ ਕਰਿਆਟੀ ਕਿੱਥੇ ਬਈ। ਉਹ ਇੱਕ ਮਾਹੌਲ ਹੁੰਦਾ ਸੀ, ਹੈ ਨਾ। ਤੇ ਉਹ ਚੀਜ਼, ਉਹ ਜਿਹੜੇ ਤਵੇ ਸੀਗੇ, ਉਹ ਸਾਊਂਡ ਸੀਗੀ, ਉਹ ਪਲੇਅਰ ਸੀਗੇ, ਉਹ ਮਿਊਜ਼ਿਕ ਸੀਗਾ ਚਰਨਜੀਤ ਹੂਜਾ ਹੋਣਾ ਦਾ ਜਾਂ ਹੋਰ ਇੱਦਾਂ ਦੇ ਮਹਾਨ ਬੰਦੇ ਬਹੁਤ ਸੀ। ਉਹਨਾਂ ਨੇ ਉਹ ਇੱਕ ਨਾ ਐਟਮੋਸਫੀਅਰ ਉਹ ਕ੍ਰੀਏਟ ਕਰ ਦਿੰਦੇ ਸੀ। ਸਹੀ ਗੱਲ ਆ। ਮੈਨੂੰ ਵੀ, ਮੈਂ ਜਿਵੇਂ ਮੇਰੇ ਨਾਨਾ ਜੀ ਦੇ ਬ੍ਰਦਰ ਸੀਗੇ, ਉਹਨਾਂ ਨਾਨਾ ਜੀ ਵੀ ਲੱਗੇ ਸਾਡੇ, ਉਹ ਮੰਮੀ ਦੇ ਚਾਚਾ ਜੀ। ਹਾਂ, ਤੇ ਉਹਨਾਂ ਕੋਲੇ ਹੁੰਦਾ ਸੀ ਰੇਡੂਆ ਸਪੀਕਰ ਵਾਲਾ, ਤੇ ਮਸ਼ੀਨ ਹੁੰਦੀ ਸੀ ਰਿਕਾਰਡਾਂ ਵਾਲੀ। ਤਾਂ ਉਹਨਾਂ ਨੇ ਐਵੇਂ ਵਿਹੜੇ 'ਚ ਹੀ ਆਪਦੇ ਬੈਠਕ ਦੇ ਦਰਵਾਜ਼ੇ ਦੇ ਬਾਹਰ ਨੂੰ ਰੇਡੂਆ ਰੱਖ ਕੇ, ਏਦਾਂ ਹੇਠਾਂ ਰੱਖ ਕੇ, ਤੇ ਉਹ ਰੱਖ ਦੇਣੀ, ਤਵਾ ਲਾ ਦੇਣਾ ਉਹਦੇ 'ਤੇ, ਤੇ ਉਹਦੇ 'ਚ ਗੀਤਕਾਰ ਦਾ ਨਾਂ ਆਉਂਦਾ ਹੁੰਦਾ ਸੀ ਲਾਸਟ 'ਚ। ਆਹੋ। ਮੈਂ ਨਾਨਾ ਜੀ ਨੂੰ ਕਹਿਣਾ ਵੀ ਇਹ ਮੇਰਾ ਵੀ ਇਹਦੇ 'ਚ ਨਾਂ ਬੁਲਾਓ। ਉਹ ਕਹਿੰਦੇ ਵੀ ਜਿਹੜਾ ਗਾਉਣ ਲਿਖਦਾ ਉਹਦਾ ਨਾਂ ਆਉਂਦਾ। ਮੈਂ ਜੀ ਮੈਂ ਲਿਖ ਕੇ ਦੇ ਦਿੰਦਾ ਤੁਹਾਨੂੰ ਫੱਟੀ ਤੇ। ਤਾਂ ਉਹ ਕਹਿੰਦੇ ਨਹੀਂ, ਤੈਨੂੰ ਵੱਡਾ ਹੋ ਕੇ ਸਮਝ ਲੱਗੂਗੀ ਵੀ ਜਿਹੜਾ ਬੰਦਾ ਗਾਣੇ ਲਿਖ ਕੇ ਦਿੰਦਾ ਇਹਨਾਂ ਨੂੰ, ਗਾਉਣ ਵਾਲਿਆਂ ਨੂੰ, ਤੇ ਉਹਦਾ ਨਾਂ ਇਹਦੇ 'ਚ ਫਿਰ ਉਹ ਗਾਉਣ ਵਾਲਾ ਕਲਾਕਾਰ ਆ ਜਿਹੜਾ ਉਹ ਬੋਲਦਾ। ਤਾਂ ਉਹੀ ਜਿਹੜੀ ਸੀਗੀ ਮੇਰੇ ਦਿਮਾਗ 'ਚ ਗੱਲ ਸੀਗੀ, ਜਿਹੜੀ ਮਗਰੋਂ ਮੈਨੂੰ ਪਤਾ ਨਹੀਂ ਲੱਗਿਆ ਫਿਰ ਮੈਂ ਕਦੋਂ ਗਾਣੇ ਲਿਖਣ ਲੱਗ ਗਿਆ। ਹਾਂ, ਇਹ ਦੇਖ ਲਓ, ਇਹ ਨਾ ਚੀਜ਼ਾਂ ਹੁੰਦੀਆਂ। ਪਰ ਜਿੱਦਾਂ ਹੁਣ ਚਲੋ ਗਾਣੇ ਤਾਂ ਤੁਸੀਂ ਲਿਖਦੇ ਹੀ ਬਹੁਤ ਲਿਖੇ ਆ, ਹੋਰ ਵੀ ਲੋਕਾਂ ਨੂੰ ਬਹੁਤ ਪਤਾ ਤੁਹਾਡੀਆਂ ਖੂਬੀਆਂ ਦਾ, ਵੀ ਤੁਸੀਂ ਆਰਟਿਸਟਾਂ ਦੇ ਨਾਂ ਵੀ ਬਹੁਤ ਵਧੀਆ ਰੱਖਦੇ ਆ। ਬਹੁਤ ਹੀ ਵਧੀਆ ਨਾਮ ਰੱਖੇ ਆ, ਕੌਰਬੀ, ਜਾਰਡਨ ਸੰਧੂ, ਹੋਰ ਵੀ ਕਈ ਨੇ। ਤੇ ਪਰ ਇਹ ਨਾ ਬੰਦੇ ਦੇ ਅੰਦਰ ਇੱਕ ਅਬਿਲਿਟੀ ਹੁੰਦੀ, ਕਿਸੇ ਦੇ ਅੰਦਰ ਕ੍ਰੀਏਟਿਵਿਟੀ ਦੀ ਤੇ ਚਾਹ ਹੁੰਦੀ ਆ ਕੁਛ ਨਵਾਂ ਕਰਨ ਦੀ। ਹਾਂਜੀ। ਅਤੇ ਉਹ ਕਈ ਵਾਰੀ ਲੋਕਾਂ ਨੂੰ ਬੜੀ ਹੈਰਾਨੀ ਹੁੰਦੀ ਆ ਜਦੋਂ ਕੋਈ ਕਹਿੰਦਾ ਵੀ ਯਾਰ ਫਲਾਨਾ ਬੰਦਾ ਜਿਹੜਾ ਟੈਨਿਸ ਪਲੇਅਰ ਆ, ਉਹ ਪਿਆਨੋ ਵੀ ਬਹੁਤ ਵਧੀਆ ਵਜਾਉਂਦਾ। ਅਤੇ ਲੋਕ ਹੈਰਾਨ ਹੋ ਜਾਂਦੇ, ਹੈ ਅੱਛਾ। ਅਤੇ ਪਰ ਉਹ ਗੱਲ ਇਹ ਹੁੰਦੀ, ਜਿਹੜਾ ਬੰਦਾ ਇੱਕ ਚੀਜ਼ 'ਚ ਜ਼ਿਆਦਾ ਕਾਮਯਾਬ ਆ, ਉਹ ਸਾਰੀਆਂ ਚੀਜ਼ਾਂ ਵੱਲ ਨੂੰ ਹੀ ਹੁੰਦਾ। ਪਰ ਹੁਣ ਜੇ ਅਸੀਂ ਕਿਸੇ ਨੂੰ ਦੱਸੀਏ ਕਿ ਬੰਟੀ ਬੈਂਸ ਨੂੰ ਸ਼ੁੱਧ ਗੁਰਬਾਣੀ ਦਾ ਉਚਾਰਨ ਵੀ ਬਹੁਤ ਵਧੀਆ ਆਉਂਦਾ, ਤਾਂ ਉਹਨਾਂ ਨੇ ਕਹਿਣਾ ਨਹੀਂ ਯਾਰ, ਉਹ ਤਾਂ ਪੌਪ ਸੌਂਗ ਬਣਾਉਂਦਾ। ਹਾਂਜੀ। ਜੇ ਕਿਸੇ ਨੂੰ ਦੱਸਿਆ ਵੀ ਕੀਰਤਨ ਵੀ ਕਰ ਲੈਂਦਾ, ਉਹਨਾਂ ਨੇ ਕਹਿਣਾ ਨਹੀਂ ਯਾਰ, ਕਹਿਣਾ ਯਾਰ ਇਹ ਕਿੱਦਾਂ ਹੋ ਸਕਦੀ। ਪਰ ਤੂੰ ਉਹ ਕਿੱਦਾਂ ਸ਼ੁਰੂ ਕੀਤਾ ਫਿਰ? ਪਹਿਲਾਂ ਤੈਨੂੰ ਇੱਧਰ ਗੁਰਬਾਣੀ ਦਾ ਜਾਂ ਇਹ ਕੀਰਤਨ ਦਾ ਇਹ ਕਿੱਦਾਂ ਸ਼ੌਕ ਪਿਆ ਪਹਿਲਾਂ ਤੋਂ? ਉਹ ਮੇਰੇ ਦਾਦਾ ਜੀ ਗ੍ਰੰਥੀ ਹੁੰਦੇ ਸੀਗੇ, ਪਾਠ ਕਰਦੇ ਹੁੰਦੇ ਸੀ ਉਹ, ਤੇ ਕੀਰਤਨ ਵੀ ਕਰਦੇ ਸੀਗੇ ਉਹ। ਹਾਂਜੀ। ਜਦੋਂ ਮੈਂ ਬਹੁਤ ਛੋਟਾ ਸੀ, ਸ਼ਾਇਦ 2-2.5 ਸਾਲਾਂ ਦਾ ਹੋਊਗਾ, ਤਾਂ ਤਾਇਆ ਜੀ ਦੇ ਨਿਆਣੇ ਸੀ ਜਿਹੜੇ,
ਵੱਡੇ ਹੁੰਦੇ ਸੀ। ਤਾਂ ਸ਼ਾਮ ਨੂੰ ਲੌਂਗੋਵਾਲ ਮੇਰਾ ਬਰਥ ਜਿੱਥੇ ਹੋਇਆ, ਲੌਂਗੋਵਾਲ ਰਹਿੰਦੇ ਸੀ ਉਦੋਂ ਅਸੀਂ। ਤਾਂ ਉਹ ਜਦੋਂ ਸ਼ਾਮ ਨੂੰ ਉੱਥੇ ਨੇੜੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆਉਣੀ ਤਾਂ ਤਾਇਆ ਜੀ ਦੇ ਨਿਆਣਿਆਂ ਨੇ ਕਹਿਣਾ ਵੀ ਬਾਪੂ ਪਾਠ ਕਰ ਰਿਹਾ। ਹੁਣ ਤਾਂ ਚਲੋ ਆਪਾਂ ਸਾਰੇ ਰਿਸਪੈਕਟ ਨਾਲ ਬੁਲਾਉਂਦੇ ਹਾਂ, ਤਾਂ ਉਦੋਂ ਉਹ ਵੀ ਰਿਸਪੈਕਟ ਹੀ ਸੀ, ਉਹ ਜਾਣੀ ਕਿ ਰਿਸਪੈਕਟ ਹੀ ਸੀ। ਫਾਦਰ ਸਾਹਿਬ ਨੂੰ ਉਦੋਂ ਕਹਿ ਦੇਣਾ ਪਾਪਾ, ਬਾਪੂ ਨੂੰ ਬਾਪੂ, ਬੇਬੇ ਨੂੰ ਬੇਬੇ। ਤੇ ਉਹਨਾਂ ਨੇ ਕਹਿਣਾ ਬਾਪੂ ਪਾਠ ਕਰ ਰਿਹਾ। ਮੈਂ ਉਦੋਂ ਛੋਟੇ ਜਿਹੇ ਨੇ, ਉਦੋਂ ਹੀ ਦਿਮਾਗ 'ਚ ਸੋਚਣਾ ਵੀ ਯਾਰ ਬਾਪੂ ਦੀ ਆਵਾਜ਼ ਸਾਰਾ ਪਿੰਡ ਸੁਣਦਾ, ਤੇ ਉਹ ਦਿਮਾਗ 'ਚ ਗੱਲ ਰਹੀ। ਤੇ ਫਿਰ ਮੈਂ ਜਦੋਂ ਥੋੜਾ ਜਿਹਾ ਵੱਡਾ ਹੋਇਆ, ਮੈਂ ਆਪਣੀ ਦਾਦੀ ਨੂੰ ਕਿਹਾ ਵੀ ਮੈਨੂੰ ਤੁਸੀਂ ਮੈਂ ਪਾਠ ਸਿੱਖਣਾ, ਵੀ ਤੁਸੀਂ ਮੈਨੂੰ ਪਾਠ ਸਿੱਖਣ ਲਾਓ। ਤਾਂ ਉਹ ਗੁਰਦੁਆਰਾ ਸਾਹਿਬ ਜਿਹੜੇ ਗ੍ਰੰਥੀ ਸਿੰਘ ਸੀਗੇ ਸਾਡੇ ਬਾਬਾ ਜੀ, ਉਹਨਾਂ ਕੋਲੇ ਮੈਨੂੰ ਲੈ ਗਏ ਤੇ ਉਹਨਾਂ ਨੇ ਮੈਨੂੰ ਸਿਖਾਇਆ ਪਾਠ। ਤੇ ਉਹ ਦਮਦਮੀ ਟਕਸਾਲ ਤੋਂ ਸਿੱਖ ਕੇ ਆਏ ਹੋਏ ਸੀ। ਤੇ ਉਹਨਾਂ ਦਮਦਮੀ ਟਕਸਾਲ ਵਾਲਿਆਂ ਦਾ ਉਚਾਰਨ ਜਿਹੜਾ ਬਹੁਤ ਸ਼ੁੱਧ ਹੁੰਦਾ, ਉਹ ਬਹੁਤ ਸ਼ੁੱਧ। ਉਹਨਾਂ ਨੇ ਮੈਨੂੰ ਸਿਖਾਇਆ। ਜਦੋਂ ਉਹ ਥੋੜੇ ਜਿਹੇ ਦਿਨਾਂ ਬਾਅਦ ਹੀ ਉਹ ਕਹਿਣ ਲੱਗ ਗਏ ਵੀ ਕਹਿੰਦੇ ਯਾਰ ਤੇਰਾ ਤਾਂ ਉਚਾਰਨ ਹੀ ਬਹੁਤ ਸ਼ੁੱਧ ਹੈ। ਤੇ ਫਿਰ ਜਿਹੜੀ ਮੁਹਾਰਨੀ ਹੁੰਦੀ ਹੈ ਆਪਣੀ, ਜਿਵੇਂ ਆਪਣੇ ਸਕੂਲਾਂ 'ਚ ਬਹੁਤ ਘੱਟ ਸਾਨੂੰ ਸਿਖਾਉਂਦੇ ਨੇ ਉਹ। ਤੇ ਉਹ ਜਿਹੜੇ ਬਾਬਾ ਜੀ ਸੀਗੇ ਜਿਹੜੇ, ਉਹਨਾਂ ਨੇ ਮੁਹਾਰਨੀ ਤੋਂ ਸ਼ੁਰੂ ਕੀਤਾ ਮੈਨੂੰ। ਊੜਾੜਾ ਤਾਂ ਚਲੋ ਸਕੂਲ 'ਚ ਆਉਂਦਾ ਹੀ ਸੀ। ਉਹਨਾਂ ਨੇ ਦੱਸਿਆ ਵੀ ਈੜੀ ਵਿਹਾਰੀ ਈੜੀ ਵਿਹਾਰੀ ਈ ਵੀ ਇਹਨੂੰ ਸ਼ਬਦ ਨੂੰ ਬੋਲਣਾ ਕਿਵੇਂ ਆ, ਆੜੇ ਦਲਾਈਆਂ ਐ ਤੇ ਊੜੇ ਔਂਕੜ, ਉਹ ਏਦਾਂ ਉਹਨਾਂ ਨੇ ਦੱਸਿਆ ਮੈਨੂੰ। ਤੇ ਉਹ ਮੈਨੂੰ ਬਹੁਤ ਇੰਟਰਸਟਿੰਗ ਲੱਗਿਆ ਉਹ ਵੀ ਯਾਰ ਇਹ ਤਾਂ ਸਾਨੂੰ ਸਕੂਲ 'ਚ ਤਾਂ ਇਹ ਇੰਨਾ ਤਰੀਕੇ ਨਾਲ ਸਿਖਾਇਆ ਹੀ ਨਹੀਂ ਵੀ ਉਚਾਰਨ ਪੰਜਾਬੀ ਦਾ ਜਾਂ ਗੁਰਬਾਣੀ ਦਾ ਸ਼ੁੱਧ ਕਿਵੇਂ ਕਰਨਾ। ਤੇ ਉਹ ਮੈਂ ਫਿਰ ਬੜੀ ਛੇਤੀ ਸਿੱਖ ਲਿਆ। ਉਹ ਗੁਰਬਾਣੀ ਦੀ ਸੰਥਿਆ ਲਈ ਮੈਂ ਪੂਰੀ। ਤੇ ਉਸ ਵੇਲੇ ਫਿਰ ਜਿਹੜੇ ਵਧੀਆ ਸਿੱਖੇ ਹੋਏ ਗ੍ਰੰਥੀ ਸੀ, ਉਹ ਮੈਨੂੰ ਉਹਨਾਂ ਨੇ ਕਹਿਣਾ ਜਦੋਂ ਪਾਠ ਸੁਣਨਾ ਵੀ ਯਾਰ ਤੂੰ ਬਹੁਤ ਸ਼ੁੱਧ ਉਚਾਰਨ ਕਰਦਾ ਗੁਰਬਾਣੀ ਦਾ। ਪਰ ਇਹ ਤੁਸੀਂ ਦੇਖੋ, ਚਲੋ ਇੱਕ ਹੋਰ ਗੱਲ ਬਹੁਤ ਆ ਕਿ ਹੁਣ ਵੀ ਮੈਂ ਇਹੀ ਕਹਿੰਦਾ ਕਿ ਬੱਚਿਆਂ ਨੂੰ ਚੀਜ਼ਾਂ ਸਿਖਾਓ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਛੋਟੇ ਹੁੰਦੇ ਸਿੱਖ ਲੈਂਦੇ ਆ ਨਾ, ਉਹ ਬ੍ਰੇਨ ਦੇ ਵਿੱਚ ਹਾਰਟ ਵਾਇਰ ਹੋ ਜਾਂਦੇ ਆ। ਬਿਲਕੁਲ, ਹੁਣ ਗਾਣਿਆਂ 'ਚ ਕੰਮ ਆਉਂਦੀ ਆ ਮੇਰੇ ਉਹੀ ਚੀਜ਼। ਨਹੀਂ, ਪਰ ਜਾਣੀ ਕਿ ਸਾਰੀ ਜ਼ਿੰਦਗੀ 'ਚ ਉਹ ਚੀਜ਼ ਕਦੇ ਵੀ ਭੁੱਲਦੇ ਨਹੀਂ। ਉਹ ਚੀਜ਼ ਤੁਸੀਂ ਕਦੇ ਵੀ ਜਦੋਂ ਮਰਜੀ ਉਹਨੂੰ ਉੱਥੋਂ ਨਾ ਚੱਕ ਲਓ, ਸਾਰੀ ਦੀ ਸਾਰੀ ਨੂੰ, ਭਾਵੇਂ ਉਹਦੇ 10 ਪੇਜ ਹੋਣ, 20 ਪੇਜ ਹੋਣ, 100 ਪੇਜ ਹੋਵੇ, ਜਿੰਨਾ ਮਰਜੀ ਹੋਵੇ। ਤੇ ਉਹ ਚੀਜ਼ ਨਾ ਸਾਰੀ ਦੀ ਸਾਰੀ ਪਈ ਹੁੰਦੀ। ਜਦੋਂ ਅਸੀਂ ਹੁਣ ਕੋਈ ਨਵੀਂ ਚੀਜ਼ ਸਿੱਖਦੇ ਹਾਂ ਤੇ ਉਹ ਕਿਉਂਕਿ ਹੁਣ ਬ੍ਰੇਨ ਦੇ ਵਿੱਚ ਉਨੇ ਨਵੇਂ ਨਿਊਰੋਨਾਂ ਦੇ ਕਨੈਕਸ਼ਨ ਨਹੀਂ ਬਣਦੇ, ਤਾਂ ਉਹ ਕਈ ਵਾਰੀ ਉਹ ਚੀਜ਼ ਟੈਂਪਰੇਰੀ ਯਾਦ ਹੋ ਜਾਂਦੀ ਆ। ਸਹੀ ਗੱਲ, ਪਰ ਉਸ ਤਰੀਕੇ ਨਾਲ ਨਹੀਂ ਹੁੰਦੀ ਜਿਵੇਂ ਅਸੀਂ ਛੋਟੇ ਹੋਏ ਸਿੱਖਦੇ ਹਾਂ। ਉਹ ਨਹੀਂ ਹੁੰਦੀ। ਉਹ ਜਿਹੜਾ ਜਾਣੀ ਕਿ ਪੱਕਾ ਜਾਣੀ ਕਿ ਟਾਂਕਾ ਲੱਗ ਜਾਂਦਾ, ਉਹ ਤਾਂ ਪੁਰਾਣਾ। ਅੱਛਾ, ਇਹਦੇ 'ਚ ਮੈਂ ਇੱਕ ਗੱਲ ਹੋਰ ਉੱਦਾਂ ਹੀ ਮੇਰੇ ਦਿਮਾਗ 'ਚ ਆਈ ਆ ਵੀ ਜਿਵੇਂ ਇੰਟਰਵਿਊ ਸੁਣਨ ਵਾਲੇ ਭਾਵੇਂ ਸਰੋਤੇ ਸੁਣਨਗੇ ਵੀ ਯਾਰ ਵੀ ਅੱਛਾ, ਉਹ ਕਹਿੰਦੇ ਨੇ ਵੀ ਇਹ ਤਾਂ ਗੱਲਾਂ ਕਰਦੇ ਨੇ ਵੀ ਬੜਾ ਸ਼ੁੱਧ ਉਚਾਰਨ ਕਰ ਲੈਂਦੇ ਨੇ ਪੰਜਾਬੀ ਦਾ ਜਾਂ ਗੁਰਬਾਣੀ ਦਾ ਵੀ, ਪਰ ਅਸੀਂ ਜਦੋਂ ਆਮ ਗੱਲਾਂ ਬਾਤਾਂ ਕਰਦੇ ਹਾਂ ਬੋਲਣ ਵੇਲੇ, ਉਹਦੇ ਤੇ ਮੈਂ ਉਹ ਚੀਜ਼ ਲਾਗੂ ਨਹੀਂ ਕੀਤੀ। ਉਹ ਮੈਂ ਉਵੇਂ ਹੀ ਬੋਲਦਾ ਰਿਹਾ ਜਿਵੇਂ ਸਾਡੇ ਘਰਾਂ ਦੀ ਬੋਲੀ, ਸਾਡੇ ਪਿੰਡ ਦੀ ਬੋਲੀ, ਜੋ ਅਸੀਂ ਆਪਦੇ ਦਾਦਕਿਆਂ ਤੋਂ ਨਾਨਕਿਆਂ ਤੋਂ ਛੋਟੇ ਹੁੰਦੇ, ਉਹਦੇ 'ਚ ਸਵਾਦ ਬਹੁਤ ਆ। ਜਿਵੇਂ ਦੇਬੀ ਭਾਜੀ ਵਾਲੇ ਪੋਡਕਾਸਟ ਤੁਸੀਂ ਗੱਲ ਕੀਤੀ ਵੀ ਉਹ ਕਹਿੰਦੇ ਵੀ ਬਾਈ ਤੂੰ ਸਾਡੇ ਕਨੀ ਦਾ ਲੱਗਦਾ, ਉਹ ਬੋਲਣ 'ਚ ਬੜਾ ਸਵਾਦ ਆਉਂਦਾ। ਤੇ ਮੈਂ ਉਹਦੇ ਵਾਂਗੂ ਨਹੀਂ ਕੀਤਾ। ਜਿਵੇਂ ਚਲੋ ਕਹਿਣਾ ਨਹੀਂ ਚਾਹੀਦਾ, ਪਰ ਕਈ ਸਾਡੇ ਜਿਵੇਂ ਆਰਟਿਸਟ ਵੀ ਨੇ, ਭਾਵੇਂ ਪੁਰਾਣੇ ਭਾਵੇਂ ਨਵੇਂ, ਭਾਵੇਂ ਕਈ ਲਿਖਣ ਵਾਲੇ, ਉਹ ਬੋਲਣ ਵੇਲੇ ਇਸ ਤਰੀਕੇ ਨਾਲ ਬੋਲਣਗੇ ਬਣਾ ਕੇ, ਜੇ ਸਾਡੇ ਮੂੰਹ 'ਚੋਂ ਕੋਈ ਉੱਦਾਂ ਬੈਠਿਆਂ ਤੋਂ ਕਿਤੇ ਨਿਕਲ ਜੇ ਨਾ, ਤਾਂ ਉਹ ਟੋਕ ਕੇ ਕਹਿਣਗੇ ਵੀ ਯਾਰ ਨਹੀਂ ਤੂੰ ਐਂ ਕਹਿ ਰਿਹਾ। ਤਾਂ ਉਹ ਏਦਾਂ ਨਹੀਂ ਕਹਿਣਾ, ਉੱਥੇ ਕਹੀਦਾ ਵੀ ਯਾਰ ਪਤਾ ਹੈ, ਮੈਨੂੰ ਵੀ ਪਤਾ ਵੀ ਸਹੀ ਇਹ ਆ, ਪਰ ਉਹ ਬੋਲੀ ਚੱਲਦੀ ਉੱਦਾਂ ਆ ਰਹੀ ਆ। ਕਿਉਂਕਿ ਸਾਨੂੰ ਸਵਾਦ ਹੀ ਉੱਦਾਂ ਬੋਲ ਕੇ ਆਉਂਦਾ, ਇੱਦਾਂ ਆਉਂਦਾ। ਉਹ ਕਿਉਂਕਿ ਫਿਲਟਰ ਨਹੀਂ ਲਾਉਣਾ ਚਾਹੀਦਾ, ਇਹ ਫਿਲਟਰ ਨਹੀਂ ਲਾਉਣਾ ਚਾਹੀਦਾ। ਤੁਸੀਂ ਕਿਹਾ ਵੀ ਇੱਦਾਂ ਆਉਂਦਾ ਹਨਾ, ਤਾਂ ਉਹ ਫਿਲਟਰ ਲਾ ਕੇ ਤਾਂ ਫਿਰ ਉਹ ਨਕਲੀਪਣ ਆ ਜਾਂਦਾ। ਇੱਕ ਵਾਰੀ ਕੀ ਹੋਇਆ, ਸਾਡੀ ਨਾ ਪੰਜਾਬੀ ਦੀ ਕਲਾਸ ਲੱਗੀ ਹੋਈ, ਤੇ ਮੈਂ +1 'ਚ ਚਲ ਗਿਆ ਕਾਲਜ ਦੇ ਵਿੱਚ, ਤੇ ਮੈਂ ਉੱਥੇ ਜਾ ਕੇ ਪਿਛਲੀ ਲਾਈਨ 'ਚ ਬਹਿਣ ਲੱਗ ਪਿਆ। ਪੰਜਾਬੀ ਦੇ ਪੀਰੀਅਡ ਦੇ ਵਿੱਚ ਮੈਂ ਪਿੱਛੇ ਬੈਠਾ ਹੋਇਆ, ਤੇ ਉਹ ਮੇਰੀ ਪਤਾ ਨਹੀਂ ਕਿੱਦਾਂ ਇੱਦਾਂ ਲੱਤ ਹੋਈ, ਤੇ ਨਾਲ ਉਹਦੇ ਬੈਂਚ ਦੇ ਨਾਲ ਮੇਰੀ ਜੁੱਤੀ ਲੱਗ ਕੇ ਉਹ ਕਿ ਇੱਦਾਂ ਹੋ ਗਈ ਆਵਾਜ਼। ਤੇ ਮੈਂ ਇੱਕਦਮ ਰੁਕ ਵੀ ਗਿਆ, ਤੇ ਪਰ ਉਹ ਸਾਰੇ ਉਹ ਸੀਮੈਂਟ ਦਾ ਕਮਰਾ, ਤੇ ਉਹਦੇ ਵਿੱਚ ਗੂੰਜ ਗਈ ਬਹੁਤ। ਤੇ ਉਹ ਸਾਡੇ ਟੀਚਰ ਹੁੰਦੇ ਸੀ ਗੁਰਜੀਤ ਸਿੰਘ ਹੁਣੀ, ਉਹ ਨਹੀਂ ਬੰਦ ਕਰਦਾ ਕਿ ਕੌਣ ਆ, ਕਹਿੰਦੇ ਕੌਣ, ਇੱਕ ਕੁੜੀ ਕਹਾਣੀ ਪੜ੍ਹਦੀ ਸੀ। ਤੇ ਉਹ ਜੀ ਉਹਦਾ ਦੀ, ਮੈਂ ਇਕੱਲਾ ਜਿਹਾ ਉੱਧਰ ਬੈਠਾ ਸੀ, ਮੇਰੇ ਵੱਲ ਨੂੰ ਨਿਗਾਹ ਆ ਗਈ, ਮੈਨੂੰ ਕਹਿੰਦੇ ਖੜਾ ਹੋ ਜਾ।
ਹਾਂਜੀ। ਤੇ ਉਹ ਮੈਨੂੰ ਜਾਣਦੇ ਨਹੀਂ ਸੀ ਬਿਲਕੁਲ। ਹੁਣ ਤਾਂ ਚਲੋ ਬਹੁਤ ਪਿਆਰ ਸਾਡਾ। ਤੇ ਮੈਂ ਖੜਾ ਹੋ ਗਿਆ ਤੇ ਮੈਨੂੰ ਕਹਿੰਦੇ ਕੀ ਹੋਇਆ? ਮੈਂ ਕਿਹਾ ਵੀ ਸੌਰੀ ਜੀ, ਜੋ ਵੀ ਕਿਹਾ ਹੋਊਗਾ ਉਦੋਂ ਮਾਫ਼ ਕਰਨਾ, ਵੀ ਜੋ ਵੀ ਹੋ ਗਿਆ, ਹੈ ਨਾ। ਹਾਂਜੀ ਹਾਂਜੀ। ਤੇ ਉਹ ਕਹਿੰਦੇ ਤੁਸੀਂ ਇੱਥੇ ਆ ਜਾਂਦੇ ਆ, ਟਾਈਮ ਕੱਢ ਕੇ ਘਰੋਂ ਆਇਓ ਆ, ਕੋਈ ਪੜ੍ਹ ਲਓ, ਤੁਹਾਡੇ ਮਾਂ ਬਾਪ ਨੇ ਤੁਹਾਨੂੰ ਫੀਸਾਂ ਦਿੱਤੀਆਂ। ਇੱਦਾਂ ਉਹਨੇ ਜੀ ਲੈਕਚਰ ਕੀਤਾ 10-15 ਮਿੰਟ। ਹਾਂਜੀ 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 ਹਾਂਜੀ। ਤੇ ਕਹਿੰਦੇ ਤੈਨੂੰ ਪਤਾ ਵੀ ਹੈ ਕਿੱਥੋਂ ਪੜ੍ਹ ਰਹੀ ਹੈ? ਹਾਂਜੀ। ਤੇ ਮੈਂ ਕਿਹਾ ਹਾਂਜੀ। ਕਹਿੰਦੇ ਪੜ੍ਹ ਫਿਰ ਉੱਥੋਂ। ਹਾਂਜੀ। ਤੇ ਮੈਂ ਉਹ ਕਹਾਣੀ ਪੜ੍ਹਨ ਲੱਗ ਪਿਆ। ਹਾਂਜੀ। ਤੇ ਮੈਂ ਕਹਾਣੀ ਦੀਆਂ 2 ਲਾਈਨਾਂ ਪੜ੍ਹੀਆਂ, ਉਹਨਾਂ ਦਾ ਚਿਹਰਾ ਬਿਲਕੁਲ ਹੀ ਬਦਲ ਗਿਆ। ਤੇ ਮੈਨੂੰ ਕਹਿੰਦੇ ਰੁਕ ਜਾ ਰੁਕ ਜਾ, ਕੀ ਨਾਂ ਤੇਰਾ? ਮੈਂ ਕਿਹਾ ਜੀ ਮੇਰਾ ਨਾਂ ਸੰਗਤਾਰ। ਹਾਂਜੀ। ਤੇ ਉਹਨੇ ਕਲਾਸ ਨੂੰ ਕਿਹਾ, ਕਹਿੰਦੇ ਦੇਖਿਆ ਇਹ ਸੰਗਤਾਰ ਕਿਸ ਤਰੀਕੇ ਨਾਲ ਕਹਾਣੀ ਪੜ੍ਹ ਰਿਹਾ? ਹਾਂਜੀ। ਕਹਿੰਦੇ ਜਿੱਦਾਂ ਇਹ ਪੜ੍ਹ ਰਿਹਾ ਇੱਦਾਂ ਲੇਖਕ ਨੇ ਲਿਖੀ ਆ, ਜਿੱਦਾਂ ਉਹ ਕੁੜੀ ਪੜ੍ਹਦੀ ਸੀ ਉੱਦਾਂ ਨਹੀਂ ਲਿਖੀ। ਗਲਤੀ ਕਰਕੇ ਤੁਹਾਡਾ ਫਾਇਦਾ ਹੋ ਗਿਆ, ਦੇਖ ਲਓ। ਤੇ ਉਹ ਤੋਂ ਬਾਅਦ ਉਹ ਬਹੁਤ ਉਹ ਫਿਰ ਮੈਨੂੰ ਪੀਰੀਅਡ ਤੋਂ ਬਾਅਦ ਮਿਲੇ। ਕਹਿੰਦੇ, ਮੈਂ ਕਿਹਾ ਫਿਰ ਉਹ ਚਲੋ ਗੱਲ ਕਲੀਅਰ ਵੀ ਹੋ ਗਈ ਕਿ ਅਸੀਂ ਕੋਈ ਇਲਤੀ ਨਿਆਣੇ ਨਹੀਂ ਹੈਗੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਤਾਂ ਕੁਦਰਤੀ ਜੀ ਹੋ ਜਾਂਦੀ ਕਈ ਵਾਰ ਗੱਲ ਇੱਦਾਂ। ਹਾਂਜੀ ਹਾਂਜੀ। ਤੇ ਪਰ ਚਲੋ ਏਦਾਂ ਹੁੰਦਾ। ਪਰ ਕਹਿਣ ਕਿ ਗੱਲ ਇਹ ਆ ਵੀ ਸਾਨੂੰ ਸਾਰੀ ਆਉਂਦੀ, ਉਹ ਸਾਨੂੰ ਗ੍ਰਾਮਰ ਵੀ ਆਉਂਦੀ ਆ, ਸਾਨੂੰ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਉਚਾਰਨ ਚੂਰਨ ਅਸੀਂ ਸਿੱਖੇ ਹੋਏ ਆ ਮਿਹਨਤ ਕਰਕੇ। ਪਰ ਅਸੀਂ ਉਹਨੂੰ ਆਪਣੀ ਬੋਲ ਚਾਲ 'ਚ ਨਾ ਲਿਆਉਣਾ ਚਾਹੁੰਦੇ ਹਾਂ ਅਸੀਂ। ਬਿਲਕੁਲ ਬਿਲਕੁਲ, ਜਿੱਥੇ ਜ਼ਰੂਰਤ ਆ ਉਹਨੂੰ ਵਰਤ ਲਾਂਗੇ ਉੱਥੇ। ਹਾਂ ਹਾਂ ਹਾਂ। ਤੇ ਸੋ ਇਹ ਗੱਲਾਂ ਆ। ਤੇ ਪਰ ਅੱਛਾ ਫਿਰ ਅੱਜ ਕੱਲ੍ਹ ਹੁਣ ਜਾਣੀ ਕਿ ਸ਼ੋਅ ਤਾਂ ਘੱਟ ਆ, ਫਿਰ ਰਿਕਾਰਡਿੰਗਾਂ ਕਰੀ ਜਾਂਦੇ ਆ। ਹਾਂਜੀ, ਅੱਜ ਕੱਲ੍ਹ ਰਿਕਾਰਡਿੰਗਾਂ ਕਰੀ ਜਾਂਦੇ ਆ ਭਾਜੀ। ਪਿਛਲਾ ਆਪਣਾ ਜਿਹੜਾ ਹੁਣ ਮਿਊਜ਼ਿਕ ਦਾ ਜਿਹੜਾ ਸਮਾਂ, ਹੁਣ ਪਹਿਲਾਂ ਵੀ ਵਧੀਆ ਹੀ ਸੀ, ਪਰ ਹੁਣ ਵੀ ਠੀਕ, ਬਹੁਤ ਵਧੀਆ ਚੱਲ ਰਿਹਾ। ਹੁਣ ਜਿਹੜੇ ਆਪਣੇ ਬਹੁਤ ਹੋ ਰਹੀ ਆ। ਹਾਂ, ਪਿੱਛੇ ਜੇ 2 ਸਾਲ ਪਹਿਲਾਂ ਮੈਂ ਮਨ ਬਦਲ ਲਿਆ ਸੀ ਵੀ ਕਲਾਕਾਰ ਨਹੀਂ ਲਾਂਚ ਕਰਨੇ ਆਪਾਂ, ਮਿਊਜ਼ਿਕ ਲੇਬਲ ਚਲਾਉਣੇ ਆ ਜਾਂ 1-2 ਹੋਰ ਏਦਾਂ ਦੀਆਂ ਚੀਜ਼ਾਂ। ਇੱਕ ਸਾਡਾ ਚੈਨਲ ਆ ਬੀ ਸੋਸ਼ਲ, ਤੇ ਮੈਂ ਸੋਚਿਆ ਏਦਾਂ ਦੀਆਂ ਚੀਜ਼ਾਂ ਕਰਦੇ ਆ ਤੇ ਗਾਣੇ ਬਣਾ ਕੇ ਲਾਇਸੈਂਸ ਦਿੰਦੇ ਆ ਹੋਰ ਮਿਊਜ਼ਿਕ ਲੇਬਲਸ ਨੂੰ, ਤੇ ਜਾਂ ਆਪ ਰਿਲੀਜ਼ ਕਰਦੇ ਆ, ਵੀ ਆਰਟਿਸਟ ਨਹੀਂ ਲਾਂਚ ਕਰਨੇ। ਪਰ ਉਹ ਜਿਹੜੀ ਚੀਜ਼ ਇੱਕ ਵਾਰੀ ਅਸੀਂ ਸ਼ੁਰੂ ਕੀਤੀ ਹੁੰਦੀ ਹੈ, ਫਿਰ ਉਹ ਸਾਨੂੰ ਚਾਅ ਹੁੰਦਾ ਜਿਹੜੀ ਚੀਜ਼ ਦਾ, ਸਵਾਦ ਆਉਂਦਾ ਜਿਹੜੀ ਚੀਜ਼ ਨਾਲ, ਤੇ ਉਹ ਫਿਰ ਸਾਡੇ ਤੋਂ ਰਿਹਾ ਨਹੀਂ ਜਾਂਦਾ ਉਹਦੇ ਬਿਨਾਂ। ਹੁਣ ਕਾਫੀ ਕਲਾਕਾਰ ਨੇ, ਇੱਕ ਮੈਂ ਹੁਣੇ ਗਾਣਾ ਕੀਤਾ 11 ਕਲਾਕਾਰਾਂ ਦਾ, ਉਹ 'ਚ ਸਾਰੇ ਹੀ ਨਵੇਂ ਨੇ, 11 ਦੇ 11 ਉਹਨਾਂ ਦਾ ਇਕੱਠਿਆਂ ਦਾ ਇੱਕ ਗਾਣਾ ਕੀਤਾ ਭਾਬੀਏ। ਹਾਂਜੀ, ਉਹ ਬਹੁਤ ਵਧੀਆ ਚੱਲ ਰਿਹਾ। ਤੇ ਇੱਕ ਕੁੜੀ ਹੁਣੀ ਲਾਂਚ ਕੀਤੀ ਸੀ ਪਰੀ ਪੰਧੇਰ, ਉਹਦਾ 2 ਗਾਣੇ ਕੀਤੇ ਨੇ, ਉਹ ਬਹੁਤ ਪਸੰਦ ਕੀਤੇ ਲੋਕਾਂ ਨੇ। ਏਦਾਂ 13-14 ਆਰਟਿਸਟ ਨੇ। ਤੇ ਸੋਚਿਆ ਤਾਂ ਸੀਗਾ ਵੀ 2-3 ਕਰਨੇ ਨੇ, ਪਰ ਉਹ ਫਿਰ ਜਿਵੇਂ ਬੱਚੇ ਆਉਂਦੇ ਨੇ ਜਾਂ ਪੇਰੈਂਟਸ ਉਹਨਾਂ ਦੇ ਨਾਲ ਆਉਂਦੇ ਨੇ, ਤੇ ਮੇਰੇ ਤੋਂ ਕਦੇ ਵੀ ਨਹੀਂ ਹੋਇਆ ਜਵਾਬ ਨਹੀਂ ਦਿੱਤਾ ਜਾਂਦਾ ਜੇ ਟੈਲੈਂਟ ਲੱਗੇ। ਵਿੱਚ ਕੁਛ ਲੱਗੇ ਕੋਈ ਨਾ ਕੋਈ ਤੱਤ ਹੋਣਾ ਚਾਹੀਦਾ, ਪਰਫੋਰਮੈਂਸ ਦਾ ਤੱਤ ਹੋਵੇ, ਆਪਣਾ ਜਾਂ ਸੰਗੀਤ ਦਾ ਤੱਤ ਹੋਵੇ, ਜਾਂ ਆਵਾਜ਼ ਵਧੀਆ ਹੋਵੇ, ਕੁਛ ਨਾ ਕੁਛ ਹੋਣਾ ਚਾਹੀਦਾ। ਹਾਂ, ਤੇ ਉਹ ਫਿਰ ਹੁਣ ਉਹਨਾਂ ਦੀ ਮਿਹਨਤ ਚੱਲਦੀ ਆ, ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀਆਂ ਕਲਾਸਾਂ ਹੁੰਦੀਆਂ ਨੇ ਸਾਰਿਆਂ ਦੀਆਂ ਦਫ਼ਤਰ 'ਚ, ਤੇ ਉਹ ਬਹੁਤ ਵਧੀਆ ਚਾਅ ਚੜਿਆ ਰਹਿੰਦਾ, ਸਾਰਿਆਂ ਦੇ ਨਾਲ ਹੀ ਲੱਗੇ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕ। ਤੁਸੀਂ ਇੱਥੇ ਜਿਹੜਾ ਆਪਣਾ ਐਟਮੋਸਫੀਅਰ ਤਾਂ ਤੁਸੀਂ ਬਹੁਤ ਵਧੀਆ ਕ੍ਰੀਏਟ ਕੀਤਾ ਆ। ਤੇ ਇੱਕ ਹੋਰ ਬਹੁਤ ਹੁੰਦਾ ਹੈਗਾ ਆ ਬੰਟੀ, ਜਦੋਂ ਤੁਸੀਂ ਦੇਖਿਆ ਵੀ ਜਦੋਂ 5-7 ਆਰਟਿਸਟ ਇਕੱਠੇ ਹੋ ਜਾਣ ਨਾ, ਹਾਂਜੀ, ਤਾਂ ਉਹ ਨਾ ਇੱਕ ਕ੍ਰੀਏਟਿਵ ਪੂਲ ਵੀ ਬਣ ਜਾਂਦਾ। ਬਿਲਕੁਲ ਬਿਲਕੁਲ। ਤੇ ਇੱਕ ਦੂਏ ਤੋਂ ਫਿਰ ਵੱਧ ਕੇ ਚਾਅ ਵੀ ਹੁੰਦਾ। ਨਹੀਂ ਤਾਂ ਜੇ ਹੁਣ ਇੱਕ ਆਰਟਿਸਟ ਆ ਤੇ ਉਹ ਜਦੋਂ ਘਰ ਜਾਂਦਾ ਤੇ ਉਹ ਸੋਚਦਾ ਯਾਰ ਮੈਂ ਆਪਣੇ ਗਾਣੇ ਦੀ ਪ੍ਰੈਕਟਿਸ ਕਰ ਲਵਾਂ, ਉਹਦੇ ਨਾਲ ਦਾ ਉਹਨੂੰ ਮੁੰਡਾ ਕਹਿ ਦਿੰਦਾ ਉਹ ਯਾਰ ਆਪਾਂ ਫਲਾਨੇ ਥਾਂ ਨੂੰ ਚਲੀਏ, ਫਲਾਨਿਆਂ ਦੇ ਪਿੰਡ ਨੂੰ, ਉਹ ਅਗਲਾ ਕਹਿੰਦਾ ਚੱਲ ਚਲੀਏ, ਹਨਾ। ਸਹੀ ਗੱਲ ਆ। ਤੇ ਉਹ ਦਿਨ ਖਰਾਬ ਹੋ ਗਿਆ। ਹੁਣ ਕੱਲ ਤੇ ਗੱਲ ਪੈ ਗਈ। ਪਰ ਜੇ 5-7 ਬੰਦੇ ਨਾਲ ਹੀ ਬੈਠੇ ਹੋ, ਤੁਹਾਡੇ ਲੱਗੇ ਹੋ ਆ, ਤਾਂ ਬੰਦਾ ਕਹਿੰਦਾ ਯਾਰ ਮੈਂ ਵੀ ਕਰਾਂ। ਹਾਂਜੀ ਹਾਂ, ਬਿਲਕੁਲ। ਹੁਣ ਜਿਵੇਂ ਇੱਥੇ ਲਿਖਣ ਵਾਲੇ ਵੀ ਸਾਡੇ ਕੋਲ ਮੁੰਡੇ ਨੇ 3-4 ਜਾਣੇ ਨੇ, ਤੇ ਗਾਉਣ ਵਾਲੇ ਕਿੰਨੇ ਜਾਣੇ ਨੇ। ਅੱਛਾ, ਮਿਊਜ਼ਿਕ ਇੱਕ ਜਾਣਾ ਬਣਾਉਣ ਵਾਲਾ ਸੀ, ਉਹਨੂੰ ਦੇਖ ਕੇ ਦੂਜਾ ਵੀ ਬਣਾਉਣ ਲੱਗ ਗਿਆ, ਉਹ ਵੀ ਵਧੀਆ ਬਣਾਉਣ ਲੱਗ ਗਿਆ। ਅੱਛਾ, ਡਾਂਸ ਕਲਾਸ 1 ਜਾਣੇ ਦੀ ਹੁੰਦੀ ਆ, ਜਿਹੜੇ ਬਾਕੀ ਦੇ 7 ਜਾਣੇ ਹੁੰਦੇ ਨੇ ਉਹ ਦੇਖ ਕੇ ਕਹਿੰਦੇ ਨੇ ਸ਼ੀਸ਼ੇ ਦੇ ਅੱਗੇ ਵੀ ਯਾਰ ਅਸੀਂ ਵੀ ਹੱਥ ਪੈਰ ਮਾਰ ਲਈਏ। ਤੇ ਉਸ ਇੱਕ ਦੂਜੇ ਦੇ ਨਾਲ ਹੀ ਸਾਰਿਆਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਚੱਲਦੀਆਂ ਵਧੀਆ, ਸਾਰੇ ਚਾਅ 'ਚ ਲੱਗੇ ਰਹਿੰਦੇ ਨੇ। ਇੱਕ ਇਹ ਜਿਵੇਂ ਆਪਾਂ ਚਲੋ ਗੱਲ ਕੀਤੀ ਹੋਈ ਹੈ ਸ਼ੁਰੂ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ ਵੀ ਚਲੋ ਲੋਕਾਂ ਨੂੰ ਪਤਾ ਵੀ ਗਾਣੇ ਲਿਖਦਾ। +2 ਤੋਂ ਬਾਅਦ ਮੈਂ ਪੜ੍ਹਿਆ ਨਹੀਂ, ਕਾਲਜ ਤਾਂ ਜਾਂਦਾ ਰਿਹਾ ਮੈਂ, ਪਰ ਪੜ੍ਹਿਆ ਨਹੀਂ +2 ਤੋਂ ਬਾਅਦ। ਮੈਂ ਹੁਣ ਜਿਵੇਂ ਯੂਨੀਵਰਸਿਟੀ ਵੀ ਚਲਾ ਜਾਂਦਾ, ਮੈਨੂੰ ਐਂ ਹੁੰਦਾ ਯਾਰ ਮੈਂ ਪੜ੍ਹਿਆ ਕਿਉਂ ਨਹੀਂ।
ਪਰ ਮੈਨੂੰ ਪਤਾ ਵੀ ਉਦੋਂ ਇਹ ਕੰਮ ਨੂੰ ਮੈਂ ਉਦੋਂ ਸਮਾਂ ਦੇਤਾ, ਟਾਈਮ ਦੇਤਾ। ਘਰੇ ਮੈਂ ਕਹਿੰਦਾ ਰਿਹਾ ਮੈਂ ਪੜ੍ਹਦਾ, ਕਾਲਜ 'ਚ ਮੈਂ ਚੰਡੀਗੜ੍ਹ ਵੀ ਫਿਰ ਕਹਿੰਦਾ ਰਿਹਾ ਮੈਂ ਪੜ੍ਹਦਾ, ਪਰ ਮੈਨੂੰ ਫਿਰ ਮੈਂ ਸਾਰੀਆਂ ਜਿਵੇਂ ਕੰਪਨੀ ਬਾਰੇ ਦੇਖਿਆ, ਜੇ ਕੈਸਟਾਂ ਦੀ ਦੁਕਾਨ 'ਤੇ ਜਾਣਾ, ਕੋਈ ਕੈਸਟ ਨਵੀਂ ਆਉਂਦੀ ਸੀ ਤਾਂ ਮੈਂ ਪਹਿਲਾਂ ਜਾ ਕੇ ਕੈਸਟ ਫੜ ਕੇ ਜਾਂ ਚੱਕ ਕੇ ਪਿੱਛੋਂ ਦੇਖਣਾ ਵੀ ਕਿਹਨੇ ਗਾਣੇ ਲਿਖੇ ਹੋਏ ਨੇ, ਕਿਹਨੇ ਮਿਊਜ਼ਿਕ ਕੀਤਾ, ਅੱਛਾ ਕੌਣ ਕੀ ਕਰਦਾ, ਕਿਹੜੀ ਕੰਪਨੀ ਹੈ, ਕਿਹੜਾ ਐਡਰੈਸ ਹੈ, ਕੀ ਹੈ। ਤੇ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਕੈਸਟਾਂ, ਅੱਛਾ ਹਰੇਕ ਕੰਪਨੀ ਦਾ ਆਪਣਾ ਸਟਾਈਲ ਹੁੰਦਾ ਸੀ ਵੀ ਜੇ ਬਠਿੰਡੇ ਦੀ ਕੋਈ ਕੰਪਨੀ ਆ ਤਾਂ ਉਹ ਉੱਦਾਂ ਦੇ ਗਾਣੇ ਉੱਥੋਂ ਆਉਂਦੇ ਸੀ, ਜੇ ਕੋਈ ਸੰਗਰੂਰ ਦੀ ਕੰਪਨੀ ਆ ਤਾਂ ਉਹਦਾ ਉੱਦਾਂ ਦਾ ਮੈਟਰ ਆਉਂਦਾ ਸੀ, ਕੋਈ ਦਿੱਲੀ ਦੀ ਕੰਪਨੀ ਆ ਉਹਦੇ ਉੱਦਾਂ ਦੇ ਆਉਂਦੇ ਸੀ, ਕੋਈ ਜਲੰਧਰ ਲੁਧਿਆਣੇ ਦੀ ਕੰਪਨੀ ਆ ਉਹਦੇ ਉੱਦਾਂ ਦੇ ਆਉਂਦੇ ਸੀ। ਤੇ ਚੰਡੀਗੜ੍ਹ ਦੇ 1-2 ਕੰਪਨੀਆਂ ਦੇ ਐਡਰੈਸ ਹੁੰਦੇ ਸੀ ਕੈਸਟ ਤੇ, ਉਹ ਤੇ ਕੈਟਰੈਕ ਕੰਪਨੀ ਦਾ ਐਡਰੈਸ ਹੁੰਦਾ ਸੀ। ਤੇ ਮੈਨੂੰ ਲੱਗਣਾ ਯਾਰ ਇਹ ਬੜੇ ਸਟਾਈਲਿਸ਼ ਜਿਹੇ ਗਾਣੇ ਵੀ ਕਰਦੇ ਨੇ, ਵਿੱਚ ਅਰਬਨ ਜਿਹੇ ਵੀ ਕਰਦੇ ਨੇ ਤੇ ਦੂਜੇ ਵੀ ਹੁੰਦੇ ਨੇ, ਵਿਦੇਸੀ ਵੀ ਹੁੰਦੇ ਨੇ, ਵੀ ਇਹ ਸਟਾਈਲ ਜਿਹਾ ਵਧੀਆ ਇਹਨਾਂ ਦਾ। ਤੇ ਫਿਰ ਮੈਂ ਉਹ ਐਡਰੈਸ ਇੰਡਸਟਰੀਅਲ ਏਰੀਏ ਦਾ ਸੀਗਾ, HL ਸਟੂਡੀਓ ਦਾ। ਫਿਰ ਮੈਂ ਚੰਡੀਗੜ੍ਹ ਆਇਆ, ਮੋਹਾਲੀ ਆਇਆ, ਤੇ ਮੋਹਾਲੀ ਆ ਕੇ ਆਟੋ ਫੜ ਕੇ ਤੇ ਉੱਥੇ ਸਟੂਡੀਓ ਦੇ ਬਾਹਰ ਗੇੜੇ ਗੂੜੇ ਲਾਉਣੇ ਸ਼ੁਰੂ ਕੀਤੇ। ਤੇ ਉੱਥੇ ਇੱਕ ਬੰਦੇ ਨੂੰ ਆਵਾਜ਼ਾਂ ਮਾਰੀ ਜਾਣ, ਕਟਾਣੀ ਕਰਕੇ। ਮੈਂ ਕਿਹਾ ਯਾਰ ਇਹ ਕਟਾਣੀ ਇਹਨੂੰ ਕਹਿ ਰਹੇ ਨੇ, ਉੱਥੇ ਤਾਂ ਮੇਰੇ ਤਾਏ ਦੇ ਨਿਆਣਿਆਂ ਦੇ ਨਾਨਕੇ ਨੇ ਕਟਾਣੀ, ਇੱਥੇ ਲੁਧਿਆਣੇ ਕੋਲੇ। ਤੇ ਇੱਥੋਂ ਹੀ ਮੈਂ ਉੱਥੇ ਚਲਾ ਗਿਆ। ਮੈਂ ਕਿਹਾ ਇੱਥੋਂ ਕਰਕੇ ਵੀ ਆਪਣੇ ਇੱਥੋਂ ਪਿੰਡ ਦਾ ਕੋਈ ਕਲਾਕਾਰ ਹੈ ਗਾਉਣ ਵਾਲਾ, ਕਿਉਂਕਿ ਮੈਂ ਕਨੈਕਸ਼ਨ ਲੱਭਣਾ ਸੀ। ਉੱਦਾਂ ਅਸੀਂ ਜਾ ਹੀ ਨਹੀਂ ਸਕਦੇ ਉਦੋਂ, ਹੁਣ ਤਾਂ ਫਿਰ ਵੀ ਹੁਣ ਹੋਰ ਮਾਹੌਲ ਹੁੰਦਾ, ਪਹਿਲਾਂ ਹੋਰ ਹੁੰਦਾ ਸੀ। ਹੁਣ ਤਾਂ ਹਰ ਇੱਕ ਨੂੰ ਹਰ ਕੋਈ ਜਾਣਦਾ। ਹਾਂਜੀ, ਪਹਿਲਾਂ ਤਾਂ ਜਾਣਦਾ ਨਹੀਂ ਹੁੰਦਾ ਸੀ ਕੋਈ। ਜਿਹਨੂੰ ਮਰਜੀ ਤੁਸੀਂ ਕਿਸੇ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਕਿਸੇ ਨੂੰ ਕਿਤੇ ਕਰ ਦਿਓ, ਲੋਕ ਝੱਟ ਲੱਭ ਲੈਂਦੇ ਆ। ਪਰ ਉਦੋਂ ਲੱਭਦਾ ਨਹੀਂ ਹੁੰਦਾ ਕੋਈ ਵੀ। ਹਾਂਜੀ ਉਦੋਂ ਮੈਂ ਉੱਥੇ ਮੈਂ ਮਨਮੋਹਨ ਭਾਈ ਨੂੰ ਦੱਸਦਾ ਸੀ, ਮਨਮੋਹਨ ਭਾਈ ਨੂੰ ਵੀ ਮੈਂ ਉੱਥੇ ਮਿਲਿਆ, ਉਦੋਂ ਮੈਂ ਪੱਗ ਬੰਨ੍ਹਦਾ ਹੁੰਦਾ ਸੀ। ਉਹ ਗੌਰਵ ਹੋਣਾ ਨੇ ਸਾਡੀ ਪਹਿਲੀ ਟੇਪ ਕੀਤੀ ਸੀ ਨਾ, ਕੈਟਰੈਕ ਨੇ ਹੀ ਕੀਤੀ ਸੀ ਪਹਿਲੀ ਟੇਪ। ਹਾਂਜੀ ਹਾਂ। ਅੱਛਾ, ਤੇ ਫਿਰ ਕਟਾਣੀ ਗਏ ਫਿਰ? ਹਾਂ, ਅੱਛਾ ਮੈਂ ਕਟਾਣੀ, ਇੱਥੋਂ ਮੈਂ ਮੋਹਾਲੀ ਤੋਂ ਹੀ ਉੱਥੇ ਚਲਾ ਗਿਆ। ਤੇ ਉੱਥੇ ਜਾ ਕੇ ਮੈਂ ਪੁੱਛਿਆ ਵੀ ਇੱਥੋਂ ਦਾ ਕੋਈ ਗਾਉਂਦਾ? ਕਹਿੰਦੇ ਨਹੀਂ, ਗਾਉਂਦਾ ਤਾਂ ਨਹੀਂ, ਉਹ ਕੋਈ ਡੈਰੀ ਵਾਲਿਆਂ ਦਾ ਮੁੰਡਾ, ਉਹ ਕਲਾਕਾਰਾਂ ਨਾਲ ਫਿਰਦਾ ਰਹਿੰਦਾ। ਅੱਛਾ। ਤੇ ਮੈਂ ਉੱਥੇ ਗਿਆ, ਉਹਨਾਂ ਨੂੰ ਮੈਂ ਉਹਨਾਂ ਦੇ ਘਰੇ ਜਾ ਕੇ ਪੁੱਛਿਆ, ਮੈਂ ਕਿਹਾ ਜੀ ਆਪਣਾ ਮੁੰਡਾ ਗਾਉਂਦਾ? ਕਹਿੰਦੇ ਹਾਂ ਗਾਉਂਦਾ, ਤੇ ਕੈਸਟ ਆਉਣੀ ਆ ਕਹਿੰਦੇ ਉਹਦੀ। ਮੈਂ ਠੀਕ ਹੈ, ਮੈਂ ਕੀ ਨਾਮ? ਕਹਿੰਦੇ ਪੱਪੂ। ਮੈਂ ਚਲੋ ਠੀਕ ਹੈ। ਮੈਂ ਕਿੱਥੇ ਹੁੰਦਾ? ਕਹਿੰਦੇ ਉਹ ਏਦਾਂ ਵੀ ਆਪਣੇ ਢਾਬੇ ਨੇ ਉੱਥੇ 3V2 'ਚ ਆ, ਤੇ 35 ਸੈਕਟਰ ਹੈ ਇੱਕ, 35D 'ਚ ਵੀ 35D ਵਾਲੇ ਢਾਬੇ ਤੇ ਹੁੰਦਾ। ਤੇ ਮੈਂ ਉੱਥੋਂ ਬੱਸ ਫੜੀ, ਮੋਹਾਲੀ ਆ ਗਿਆ। ਫਿਰ 3 'ਚ ਇੱਕ ਮੇਰਾ ਦੋਸਤ ਹੁੰਦਾ ਸੀ, ਮੈਂ ਉਹਨੂੰ ਕਿਹਾ ਵੀ ਚੱਲ ਆਪਾਂ ਯਾਰ 35D 'ਚ ਜਾਣਾ। ਉਹ ਅਸੀਂ ਸਕੂਟਰ ਤੇ ਬੈਠੇ ਤੇ ਉੱਥੇ ਚਲੇ ਗਏ। ਤੇ ਉਹ ਕਟਾਣੀ ਉੱਥੇ ਕੰਮ ਕਰਵਾ ਰਿਹਾ ਆਪਦੇ ਢਾਬੇ ਦੇ ਅੱਗੇ, ਤੇ ਕੰਮ ਕਰਵਾ ਕੇ ਏਦਾਂ ਖੜ ਗਿਆ। ਤੇ ਮੈਂ ਜਾ ਕੇ ਕੋਲੇ ਪੁੱਛ ਲਿਆ, ਮੈਂ ਕਿਹਾ ਬਾਈ ਪੱਪੂ ਆ ਤੂੰ? ਕਹਿੰਦਾ ਭਾਜਾ ਸਾਲਾ। ਕਹਿੰਦਾ ਮੇਰਾ, ਕਹਿੰਦਾ ਪੱਪੂ ਨਾਂ ਕਿਹਨੇ ਦੱਸਿਆ ਮੇਰੇ? ਕਹਿੰਦਾ ਮੇਰਾ ਨਾਂ ਪਰਮਿੰਦਰ ਮਾਗਟ। ਮੈਂ ਠੀਕ ਹੈ। ਕਹਿੰਦਾ ਇੱਥੇ ਹੀ ਨਾਂ ਲੈਣਾ ਮੇਰਾ ਪੱਪੂ? ਮੈਂ ਠੀਕ ਹੈ। ਕਹਿੰਦਾ ਆ ਜਾ। ਅੱਛਾ। ਮੈਂ ਕਿਹਾ ਯਾਰ ਮੈਨੂੰ ਪਿੰਡੋਂ ਦੱਸਿਆ ਏਦਾਂ ਕਰਕੇ। ਕਹਿੰਦਾ ਅੱਛਾ ਠੀਕ ਹੈ। ਉਹਨੇ ਕੋਈ ਪੁੱਛਿਆ ਹੀ ਨਹੀਂ ਵੀ ਪਿੰਡੋਂ ਤੂੰ ਕਿਉਂ ਪੁੱਛਿਆ, ਕਿੱਥੋਂ ਹੈ, ਤੂੰ ਕੀ ਹੈ। ਇਹ ਵੀ ਹੁੰਦਾ ਸੀ, ਦੂਜਾ ਇਹ ਫਾਇਦਾ ਹੁੰਦਾ ਸੀ, ਆਪਣੇ ਬੰਦੇ ਨਾਲ ਝੱਟ ਜਾਣਕਾਰੀ ਹੋ ਜਾਂਦੀ ਸੀ। ਹਾਂ ਅੱਛਾ। ਤੇ ਮੈਂ ਕਿਹਾ ਮੈਂ ਯਾਰ ਵੀ ਏਦਾਂ ਮੈਂ ਸਟੂਡੀਓ ਦੇਖਣਾ। ਮੈਂ ਇਹ ਨਹੀਂ ਦੱਸਿਆ ਵੀ ਗਾਣੇ ਲਿਖਦਾ, ਮੈਂ ਸਟੂਡੀਓ ਦੇਖਣਾ ਸੀ। ਅੱਛਾ ਕੋਈ ਨਹੀਂ, ਆ ਜੀ ਕੱਲ ਨੂੰ ਆਪਣਾ ਸਟੂਡੀਓ, ਘਰ ਦਾ ਸਟੂਡੀਓ। ਮੈਂ ਠੀਕ ਹੈ ਕੋਈ ਨਹੀਂ। ਤੇ ਉਹੀ ਮੈਂ ਤੇ ਅਮਨ ਬੱਬੂ ਸੀ ਮੁੰਡਾ। ਅਸੀਂ ਦੂਜੇ ਦਿਨ ਫਿਰ ਚਲੇ ਗਏ ਉੱਥੋਂ, ਤੇ ਪਰਮਿੰਦਰ ਕਟਾਣੀ ਜੀ ਵੀ ਆ ਗਏ। ਤੇ ਉੱਥੇ ਅਸੀਂ ਜਾ ਕੇ ਬੈਠ ਗਏ ਅੰਦਰ। ਦਵਿੰਦਰ ਭਾਜੀ ਸੀ, ਡੈਵੀ ਭਾਜੀ, ਕੋਈ ਮਿਊਜ਼ਿਕ ਦੀ ਰਿਕਾਰਡਿੰਗ ਕਰ ਰਹੇ ਸੀ। ਮਿਊਜ਼ਿਕ ਤਾਂ ਸ਼ਾਇਦ ਕਾਕਾ ਭਾਜੀ ਦਾ ਸੀਗਾ, ਉਹਦੇ 'ਚ ਸੰਗੀਤ ਉਹ ਐਲਬਮ 'ਚ, ਪਰ ਉਹ ਰਿਕਾਰਡਿੰਗ ਸਾਜ਼ਾਂ ਦੀ ਉਹ ਕਰਵਾ ਰਹੇ ਸੀਗੇ। ਕਾਕਾ ਭਾਜੀ ਹੈ ਨਹੀਂ, ਸੁਰਿੰਦਰ ਬਚਨ ਭਾਜੀ ਹੈ ਨਹੀਂ ਸੀਗੇ ਉੱਥੇ। ਹਾਂਜੀ। ਤੇ ਉੱਥੇ ਅਸੀਂ ਬੈਠ ਗਏ ਅੰਦਰ। ਤੇ ਬੈਠ ਕੇ ਜਿਹੜਾ ਮੇਰੇ ਨਾਲ ਮੁੰਡਾ ਸੀ ਉਹਨੇ ਕਹਿਤਾ, ਕਹਿੰਦਾ ਜੀ ਇਹ ਗਾਣੇ ਲਿਖਦਾ ਮੁੰਡਾ। ਤੇ ਉਹ ਕਹਿੰਦੇ ਵੀ ਸੁਣਾ। ਮੈਂ ਕੋਈ 1-2 ਸਥਾਈਆਂ ਉਵੇਂ ਉਦੋਂ ਵੀ ਬਣਾ ਕੇ ਸੁਣਾਈਆਂ, ਜਿਹੜੇ ਉਹ ਤੋਂ ਸਾਜ਼ ਚੱਲ ਰਹੇ ਸੀ ਮਿਲਦੇ। ਕਹਿੰਦੇ ਬਹੁਤ ਵਧੀਆ ਨੇ ਤਾਂ। ਤੇ ਕਟਾਣੀ ਕਹਿੰਦਾ ਯਾਰ ਤੂੰ ਮੇਰੀ ਕੈਸਟ ਲਿਖ ਦੇ। ਮੈਂ ਠੀਕ ਹੈ ਲਿਖ ਦੂੰਗਾ। ਤੇ ਏਦਾਂ ਕਰਕੇ ਫਿਰ ਸਾਡੀ ਯਾਰੀ ਦੋਸਤੀ ਹੋ ਗਈ। ਮੈਂ ਉੱਥੇ ਸਭ ਤੋਂ ਪਹਿਲਾਂ ਜਿਹੜਾ ਮੈਂ ਸਟੂਡੀਓ ਕੈਟਰੈਕ ਦਾ ਦੇਖਿਆ, ਕੈਟਰੈਕ ਦੇ ਸਟੂਡੀਓ ਆਉਣ ਜਾਣ ਲੱਗ ਗਿਆ। ਫਿਰ ਚੀਮਾ ਸਟੂਡੀਓ, ਫਿਰ ਏਦਾਂ ਕਰਕੇ ਫਿਰ ਕਾਫੀ ਰਿਕਾਰਡਿੰਗਾਂ ਕੀਤੀਆਂ। ਫਿਰ ਅੱਛਾ ਇੱਥੇ ਮੋਹਾਲੀ ਚੰਡੀਗੜ੍ਹ ਰਹਿਣਾ ਹੁੰਦਾ ਸੀਗਾ, ਤੇ ਇਹ ਵੀ ਨਹੀਂ ਹੁੰਦਾ ਸੀ ਵੀ ਗਾਣੇ ਛੇਤੀ ਰਿਕਾਰਡ ਹੁੰਦੇ ਸੀ ਉਦੋਂ। ਪਰ ਮੈਨੂੰ ਕਿਸੇ ਨੂੰ ਕਹਿਣਾ ਨਹੀਂ ਪਿਆ, ਮੈਂ ਨਹੀਂ ਆਪ ਕਿਹਾ ਵੀ ਮੈਂ ਗਾਣੇ ਲਿਖਦਾ ਕਿਸੇ ਕਲਾਕਾਰ ਨੂੰ ਜਾਂ ਕਿਸੇ ਕੰਪਨੀ ਨੂੰ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਮੈਂ ਸੋਚ ਸਮਝ ਕੇ ਆਇਆ ਸੀ, ਕੈਟਰੈਕ ਕੰਪਨੀ ਦੇ ਸਟੂਡੀਓ ਜਾਂ ਦਫ਼ਤਰ 'ਚ
ਵਿਜ਼ਿਟ ਕਰਨ ਦਾ ਮਤਲਬ, ਜਾਣ ਦਾ ਮਤਲਬ ਮੇਰਾ ਇਹੀ ਸੀ ਵੀ ਇਹ ਕੰਮ ਕਿਵੇਂ ਹੁੰਦਾ, ਕੰਮ ਕਿੱਦਾਂ ਹੁੰਦਾ, ਪ੍ਰੋਸੈਸ ਕੀ ਆ, ਵੀ ਗਾਣਾ ਬਣਦਾ ਕਿਵੇਂ ਆ, ਜਾਂ ਉਹਨੂੰ ਫਿਰ ਉਹਦੀ ਮਾਰਕੀਟਿੰਗ ਕਿਵੇਂ ਹੁੰਦੀ ਆ, ਫਿਰ ਉਹ ਵੀ ਸਿੱਖੀ ਮੈਂ। ਫਿਰ ਇੱਕ ਕੰਪਨੀ 'ਚ ਮੈਨੇਜਰ ਰਹਿ ਕੇ ਉਹਦੀ ਮਾਰਕੀਟਿੰਗ ਕੀਤੀ ਕਿ ਕੈਸਟਾਂ ਡੀਲਰਾਂ ਕੋਲੇ, ਇਕੱਲੇ ਡੀਲਰ ਕੋਲੇ ਮੈਂ ਬੱਸਾਂ ਤੇ ਗਿਆ, ਸਾਰੀਆਂ ਚੀਜ਼ਾਂ ਫਿਰ ਮੈਂ ਸਿੱਖੀਆਂ ਸਿਰ ਤੋਂ ਪੈਰਾਂ ਤੱਕ। ਫਿਰ ਰਿਕਾਰਡਿੰਗ ਕਿਵੇਂ ਹੁੰਦੀ ਆ, ਮਿਊਜ਼ਿਕ ਕਿਵੇਂ ਬਣਦਾ, ਤੇ ਆਰਟਿਸਟ ਨੂੰ ਕਿਵੇਂ ਲਾਂਚ ਕਰਦੇ ਨੇ। ਉਹ ਉਦੋਂ ਇੰਟਰਨੈਟ ਦਾ ਜ਼ਿਆਦਾ ਜ਼ਮਾਨਾ ਹੈ ਨਹੀਂ ਸੀ, ਇੰਟਰਨੈਟ ਤਾਂ ਉਦੋਂ ਹਾਂਜੀ ਕਿਤੋਂ ਪਤਾ ਲੱਗਣਾ। ਜਰਨੈਲ ਘੁਮਾਣ ਹੋਣਾ ਦੇ ਆਰਟਿਸਟ ਹੁੰਦੇ ਸੀ, ਫਿਰ ਮੈਂ ਉਹਨਾਂ ਬਾਰੇ ਪੁੱਛਣਾ ਕਿਸੇ ਤੋਂ, ਜਾਂ ਉੱਥੇ ਜਾ ਕੇ ਦੇਖਣਾ ਵੀ ਇਹ ਕਿਵੇਂ ਕੰਮ ਕਰਦੇ ਨੇ। ਫਿਰ ਬਚਨ ਬੇਦਲ ਹੋਣਾ ਬਾਰੇ ਜਾ ਪੁੱਛਣਾ ਵੀ ਇਹ ਕਿਵੇਂ ਕੰਮ ਕਰਦੇ ਨੇ। ਇਹੋ ਜਿਹਾ ਸਭ ਕੋਲੇ ਗਿਆ ਨਹੀਂ ਮੈਂ, ਪਰ ਉਹਦਾ ਕਿਸੇ ਨਾ ਕਿਸੇ ਤੋਂ ਕਲਾਕਾਰਾਂ ਤੋਂ ਪੁੱਛਦੇ। ਹਾਂ ਦਿੱਲੀ ਸੀਗੇ, ਤੇ ਇੱਕ ਉੱਦਾਂ ਹੀ ਡਰ ਹੁੰਦਾ ਸੀਗਾ, ਕਹਿੰਦੇ ਉਹ ਨਹੀਂ ਉਹ ਗਾਣੇ ਨਾ ਮਾੜੇ ਕਲਾਕਾਰ ਨੂੰ ਤੇ ਭਜਾ ਦਿੰਦੇ ਨੇ ਉਹ ਗਾਲਾਂ ਕੱਢ ਕੇ। ਤੇ ਮੈਨੂੰ ਐਂ ਲੱਗਣਾ ਵੀ ਯਾਰ ਮੈਨੂੰ ਪਤਾ ਸੀ ਮੈਂ ਲਿਖਦਾ ਇੰਨਾ ਵਧੀਆ ਨਹੀਂ ਹੈਗਾ, ਵੀ ਉੱਦਾਂ ਤੋੜ ਭੰਨ ਜੀ ਕਰ ਲੈਂਦੇ ਵੀ ਉਹਨਾਂ ਨੇ ਐਵੇਂ ਕਿਤੇ ਗਾਲੀ ਨਾ ਪੈ ਜਾਣ ਕਿਤੇ, ਤੇ ਐ ਹੁੰਦਾ ਸੀ। ਤੇ ਐਂ ਆਪਣੇ ਆਪ ਹੀ ਗਾਣੇ ਰਿਕਾਰਡ ਹੋ ਗਏ ਭਾਜੀ। ਪਰ ਇਹ ਮੈਂ ਪ੍ਰੋਸੈਸ ਫਿਰ ਨਾਲ ਸਿੱਖਦਾ ਰਿਹਾ, ਪਰ ਇਹ ਮੇਰੇ ਦਿਮਾਗ 'ਚ ਸੀਗਾ ਵੀ ਯਾਰ ਉੱਦਾਂ ਦਾ ਆਰਟੀਕਲ ਮੈਂ ਨਹੀਂ ਕੋਈ ਇੰਟਰਵਿਊ ਦੇਣਾ ਵੀ ਫਲਾਣੇ ਕਲਾਕਾਰ ਨੇ ਪੈਸੇ ਬਣਾ ਲਏ ਤੇ ਇੱਦਾਂ ਕਰ ਲਿਆ। ਤੇ ਇਸੇ ਕਰਕੇ ਇਹ, ਪਰ ਮੈਨੂੰ ਕਹਿਣੀ ਨਹੀਂ ਚਾਹੀਦੀ ਇੱਦਾਂ ਦੀ ਗੱਲ, ਪਰ ਮੈਂ ਉੱਦਾਂ ਗੱਲ ਕਰ ਰਿਹਾ ਵੀ ਬਹੁਤੇ ਸਟਾਰ ਕਲਾਕਾਰਾਂ ਨੇ ਕਿਸੇ ਨੇ ਮੇਰੇ ਗਾਣੇ ਨਹੀਂ ਗਾਏ ਅੱਜ ਤੱਕ, ਜਿੰਨੇ ਟੌਪ ਦੇ ਕਲਾਕਾਰ ਜੋ ਉਸ ਵੇਲੇ ਚੱਲਦੇ ਸੀ। ਤਾਂ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਰਹਿੰਦਾ ਸੀ, ਹੁਣ ਮਗਰੋਂ ਆ ਕੇ ਤਾਂ ਭਾਵੇਂ ਬਣਾਏ ਨੇ, ਅਮਰਿੰਦਰ ਗਿੱਲ ਹੋਣਾ ਨਾਲ ਗਾਣੇ ਬਣਾਏ ਨੇ ਜਾਂ ਬਾਕੀਆਂ ਨਾਲ ਵੀ ਬਣਾਏ ਨੇ, ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਉਦੋਂ ਇਹ ਰਹਿੰਦਾ ਸੀ ਵੀ ਜੇ ਮੈਂ ਕਿਸੇ ਸਟਾਰ ਕਲਾਕਾਰ ਨਾਲ ਜਾਂ ਵੱਡੇ ਕਲਾਕਾਰ ਨਾਲ ਗਾਣਾ ਬਣਾਊਂਗਾ ਤੇ ਉਹ ਤਾਂ ਇਸ ਕਰਕੇ ਚੱਲ ਜਾਣਾ ਵੀ ਕਲਾਕਾਰ ਦਾ ਆਲਰੇਡੀ ਨਾਮ ਹੈਗਾ। ਤੇ ਫਿਰ ਮੈਨੂੰ ਸੀਗਾ ਵੀ ਮੈਂ ਆਪਣੇ ਗਾਣੇ ਆਪਣੇ ਕਲਾਕਾਰਾਂ ਤੋਂ ਗਵਾਵਾਂ ਤੇ ਉਹ ਚੱਲਣ, ਤੇ ਮੈਨੂੰ ਉਹ ਚੀਜ਼ ਦੀ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਗਾਣੇ ਚੱਲਦੇ ਨੇ। ਤੇ ਉਹਦੇ ਨਾਲ ਇੱਕ ਦੋ ਕੰਮ ਹੋ ਜਾਂਦੇ ਨੇ, ਸਾਡਾ ਗਾਣਾ ਵੀ ਚੱਲ ਜਾਂਦਾ, ਸਾਡਾ ਕਲਾਕਾਰ ਵੀ ਚੱਲ ਜਾਂਦਾ, ਅਸੀਂ ਵੀ ਚੱਲ ਜਾਂਦੇ ਹਾਂ। ਹਾਂ, ਇੱਕ ਇਹਦੇ ਵਿੱਚ 2-3 ਗੱਲਾਂ ਆ। ਇੱਕ ਤਾਂ ਗੱਲ ਇਹ ਆ ਕਿ ਜਿਹੜਾ ਕਹਿੰਦੇ ਹੁੰਦੇ ਆ ਕਿ ਦੋਸਤੀ ਆਪਣੇ ਬਰਾਬਰ ਦੇ ਨਾਲ ਰੱਖੋ ਤਾਂ ਬਹੁਤ ਵਧੀਆ ਨਿਭਦੀ ਆ। ਹਾਂਜੀ, ਅਸੀਂ ਵੀ ਇਸੇ ਕਰਕੇ, ਜਿੱਦਾਂ ਨਾ ਅਸੀਂ ਕਦੇ ਹਿੰਦੀ ਫਿਲਮ ਕਲਾਕਾਰਾਂ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਕੀਤੀ, ਨਾ ਅਸੀਂ ਕਦੇ ਸੋਚਿਆ ਅਸੀਂ ਨੈਸ਼ਨਲ ਲੈਵਲ 'ਤੇ ਜਾਈਏ। ਉਹ ਜਾਣੀ ਕਿ ਪਤਾ ਨਹੀਂ ਤਾਂ ਸਾਡਾ ਪੇਂਡੂ ਪਾਣਿਆ, ਪਤਾ ਨਹੀਂ ਦੇਸੀ ਪਾਣਿਆ, ਅਸੀਂ ਜਿੱਥੇ ਕਿਸੇ ਆਪਣੇ ਸੁਭਾਅ 'ਚ ਹੀ ਹੁੰਦਾ ਭਾਜੀ। ਹਾਂ, ਬਸ ਅਸੀਂ ਜਾਣੀ ਕਿ ਆਪਣੇ ਹਿਸਾਬ ਨਾਲ ਹੀ ਰਹਿਣ ਦੀ ਕੋਸ਼ਿਸ਼ ਕੀਤੀ ਆ। ਪਰ ਜਿਹੜੀ ਤੂੰ ਗੱਲ ਕੀਤੀ ਆ ਨਾ, ਜਿਹੜਾ ਜਿੱਦਾਂ ਤੁਸੀਂ ਸ਼ੁਰੂ ਕਰਕੇ ਆਪਣੇ ਇੱਕ ਲਿਖਣ ਤੋਂ ਲੈ ਕੇ ਫਿਰ ਆਰਟਿਸਟਾਂ ਨੂੰ ਡਿਵੈਲਪ ਕਰਨ ਤੋਂ ਲੈ ਕੇ ਤੇ ਹੁਣ ਸਾਰਾ ਇੱਕ ਜਿੱਦਾਂ ਯੂਨੀਵਰਸ ਕ੍ਰੀਏਟ ਕਰ ਦਿੱਤਾ। ਇਹ ਤੋਂ ਮੈਨੂੰ ਇੱਕ ਗੱਲ ਚੇਤੇ ਆਈ ਆ, ਇੱਕ ਇੰਗਲਿਸ਼ ਦੀ ਬੁੱਕ ਆ, ਉਹਦਾ ਨਾਂ ਹੈਗਾ ਦ ਕਿਡ ਸਟੇਜ਼ ਇਨ ਦ ਪਿਕਚਰ। ਓਕੇ। ਤੇ ਉਹ ਰੋਬਰਟ ਐਵਨਸ ਇੱਕ ਬੰਦਾ ਆ, ਉਹ ਬਹੁਤ ਬੜਾ ਪ੍ਰੋਡਿਊਸਰ ਹੋਇਆ, ਤੇ ਉਹਦੀ ਉਹ ਜੀਵਨੀ ਆ। ਹਾਂਜੀ, ਤੇ ਉਹਨੇ ਆਪਣੀ ਜੀਵਨੀ ਵਿੱਚ ਗੱਲ ਲਿਖੀ, ਉਹਦਾ ਜਿਹੜਾ ਬੜਾ ਭਰਾ ਸੀਗਾ ਉਹ ਕੱਪੜਿਆਂ ਦਾ ਵਪਾਰ ਕਰਦਾ ਸੀਗਾ। ਹਾਂਜੀ, ਤੇ ਇਹ ਜਿਹੜਾ ਰੋਬਰਟ ਐਵਨਸ ਸੀਗਾ, ਇਹਦੀ ਸ਼ਕਲ ਬਹੁਤ ਸੋਹਣੀ ਸੀ। ਜਦੋਂ ਜਵਾਨ ਹੋਇਆ ਤੇ ਹਾਲੀਵੁੱਡ 'ਚ ਇਹ ਰਹਿੰਦੇ ਸੀਗੇ, ਲਾਸ ਐਂਜਲਸ 'ਚ, ਤੇ ਇਹਨੂੰ ਸ਼ੌਕ ਸੀਗਾ ਫਿਲਮਾਂ 'ਚ ਹੋਣ ਦਾ। ਹਾਂਜੀ, ਤੇ ਇਹਦੇ ਭਰਾ ਨੂੰ, ਇਹਨਾਂ ਆਪਣੇ ਭਰਾ ਨੂੰ ਕਿਹਾ, ਕਹਿੰਦਾ ਮੈਂ ਫਿਲਮ 'ਚ ਕੰਮ ਕਰਨਾ। ਹਾਂਜੀ, ਤੇ ਇਹਦਾ ਭਰਾ ਜੀ ਚਲੋ ਇਹਨੂੰ ਥੋੜ੍ਹੀਆਂ ਬਹੁਤੀਆਂ ਕਿਤੇ ਐਕਸਟਰਾ ਦੇ ਰੋਲ ਦਵਾ ਵੀ ਦਿੱਤੇ। ਹੁਣ ਕਿਸੇ ਨੂੰ 5000 ਦੇ ਦੇਣਾ, ਕਿਸੇ ਨੂੰ 10,000, ਫਿਲਮ 'ਚ ਮੈਂ ਤੁਹਾਨੂੰ ਪੈਸੇ ਦੇਣਾ, ਮੇਰੇ ਭਰਾ ਨੂੰ ਰੋਲ ਦੇ ਦਿਓ। ਹਾਂਜੀ, ਤੇ ਅਖੀਰ ਦੇ ਵਿੱਚ ਜੀ ਇਹ ਕਹਿੰਦਾ ਮੈਂ ਆਪਣੇ ਭਰਾ ਮਗਰ ਜ਼ਿਆਦਾ ਪੈ ਗਿਆ, ਤੇ ਇਹਦੇ ਭਰਾ ਨੇ ਫਿਰ ਨਾ ਕੋਈ ਕਾਫੀ ਇੱਕ ਫਿਲਮ ਜੀ ਸਪੋਂਸਰ ਕਰਕੇ ਤੇ ਕੁਛ ਕਰ ਕੇ ਚੱਕਰ ਚਲਾ ਕੇ ਇਹਨੂੰ ਹੀਰੋ ਲਾਂਚ ਕਰਤਾ। ਹੀਰੋ ਲਾਂਚ ਨਹੀਂ ਕੀਤਾ, ਹੀਰੋ ਹਾਇਰ ਕਰਾ ਲਿਆ। ਅੱਛਾ, ਹਾਇਰ ਕਰਾ ਲਿਆ, ਠੀਕ। ਪਰ ਸੀਗਾ ਐਕਟਰ ਮਾੜਾ। ਹਾਂ, ਐਕਟਰ ਇੰਨਾ ਵਧੀਆ ਨਹੀਂ ਸੀਗਾ। ਹੀਰੋ ਹਾਇਰ ਕਰਾ ਲਿਆ, ਤੇ ਜਿਹੜਾ ਡਾਇਰੈਕਟਰ ਸੀਗਾ ਉਹ ਬਹੁਤ ਦੁਖੀ ਉਹ ਤੋਂ। ਤੇ ਉਹ ਕਹਿੰਦਾ ਵੀ ਗੱਲ ਇੱਦਾਂ ਹੋਈ ਵੀ ਆਪਣਾ ਨਾ ਸਾਡਾ ਜਾਣੀ ਕਿ ਪਤਾ ਨਹੀਂ, ਮੈਨੂੰ ਹੁਣ ਪੱਕੀ ਗੱਲ ਯਾਦ ਨਹੀਂ, ਆਪਣੇ ਸਟੇਡੀਅਮ ਦੇ ਵਿੱਚ ਸ਼ੂਟਿੰਗ ਹੁੰਦੀ ਸੀ ਤੇ ਐਕਸਟਰਾਜ਼ ਦੇ ਨਾਲ ਸਟੇਡੀਅਮ ਭਰਿਆ ਆ। ਹਾਂਜੀ, ਤੇ ਵਿੱਚ ਸ਼ੂਟਿੰਗ ਹੁੰਦੀ ਸੀ, ਤੇ ਕਹਿੰਦਾ ਮੇਰੇ ਤੋਂ ਨਾ ਉਹ ਜਿਹੜੀ ਲਾਈਨ, ਹੁਣ ਮੈਨੂੰ ਪਤਾ ਮੇਰੇ ਤੋਂ ਜਾਣੀ ਕਿ ਡਿਲੀਵਰ ਨਾ ਹੋਵੇ, ਉਹਦੇ ਵਿੱਚ ਕੋਈ ਕਨਵਿਕਸ਼ਨ ਨਾ ਬਣੇ। ਤੇ ਕਹਿੰਦਾ ਤੇ ਉਹ ਡਾਇਰੈਕਟਰ ਬਾਰ-ਬਾਰ ਕਹੀ ਜਾਵੇ ਦੁਬਾਰਾ ਕਰੋ। ਪਰ ਕਹਿੰਦਾ ਮੈਨੂੰ ਨਹੀਂ ਸੀ ਪਤਾ, ਉਦਣ ਸਵੇਰੇ ਪ੍ਰੋਡਿਊਸਰਾਂ ਦੀ ਤੇ ਡਾਇਰੈਕਟਰ ਦੀ ਮੀਟਿੰਗ ਹੋਈ ਸੀ, ਤੇ ਡਾਇਰੈਕਟਰ ਕਹਿੰਦਾ ਸੀਗਾ ਵੀ ਮੈਂ ਇਸ ਮੁੰਡੇ ਨਾਲ ਫਿਲਮ ਨਹੀਂ ਕਰ ਸਕਦਾ। ਹਾਂਜੀ, ਮੈਂ ਨਹੀਂ ਕਰਨੀ, ਇਹ ਮੁੰਡੇ ਨੂੰ ਕੱਢੋ, ਮੈਂ ਫਿਲਮ ਦੁਬਾਰਾ ਤੋਂ ਸ਼ੁਰੂ ਕਰਨੀ ਆ। ਅੱਛਾ ਜੀ।
ਕਹਿੰਦਾ ਗੱਲ ਚੱਲੀ ਗਈ, ਤੀਜਾ ਕੱਟ, ਚੌਥਾ ਕੱਟ, ਪੰਜਵਾਂ ਕੱਟ, ਕਹਿੰਦਾ ਜਦ ਨੂੰ ਸਾਰੇ ਚੁੱਪ ਕਰ ਗਏ ਤੇ ਏਦਾਂ ਦੇਖਿਆ, ਕਹਿੰਦਾ ਇੱਕ ਬੰਦਾ ਖੜਾ ਹੋਇਆ ਆਪਣੇ ਲੋਕਾਂ ਦੇ ਵਿੱਚ। ਹਾਂਜੀ ਹਾਂਜੀ। ਤੇ ਕਹਿੰਦਾ ਉਹਨੂੰ ਬੁੱਲ ਹੌਰਨ ਫੜਿਆ, ਏਦਾਂ ਜਿਹੜਾ ਹੁੰਦਾ ਨੀ ਪਿੱਛੇ ਉੱਚੀ ਬੋਲਣ ਨੂੰ, ਆਵਾਜ਼ ਜਿਸ ਤੋਂ ਵੱਧ ਸੁਣਦੀ। ਹਾਂਜੀ। ਤੇ ਕਹਿੰਦਾ ਉੱਪਰੋਂ ਉੱਥੋਂ ਕਹਿੰਦਾ the kid stays in the picture। ਤੇ ਕਹਿੰਦਾ ਨਾਲ ਦੇ ਨੂੰ ਬੁੱਲ ਹੌਰਨ ਫੜਾ ਕੇ ਉਹ ਚਲ ਗਿਆ। ਹਾਂਜੀ ਹਾਂਜੀ। ਤੇ ਕਹਿੰਦਾ ਡਾਇਰੈਕਟਰ ਸਾਰੇ ਚੁੱਪ ਕਰ ਗਿਆ ਤੇ ਉਹ ਬਸ ਜਾਣੀ ਕਿ ਉਹਨਾਂ ਦੇ ਮਨ ਚੋਂ ਨਿਕਲ ਕੇ ਗੱਲ ਪਈ ਹੁਣ ਇਹਨੂੰ ਫਾਇਰ ਨਹੀਂ ਕਰ ਸਕਦੇ। ਹਾਂਜੀ। ਤੇ ਕਹਿੰਦਾ ਤੇ ਉਹ ਜਿੱਦਾਂ ਵੀ ਸੀਗਾ ਉਹਨਾਂ ਦਾ ਸੁਭਾਅ ਮੇਰੇ ਪ੍ਰਤੀ ਬਦਲ ਗਿਆ ਸਭ ਕੁਛ। ਕਹਿੰਦਾ ਤੇ ਮੈਨੂੰ ਦਿਨ ਰਾਤ ਇਹ ਹੋ ਗਿਆ ਵੀ ਉਹ ਬੰਦਾ ਕੌਣ ਆ, ਮੈਂ ਹੀਰੋ ਬਣ ਕੇ ਕੀ ਲੈਣਾ, ਮੈਂ ਡਾਇਰੈਕਟਰ ਬਣ ਕੇ ਕੀ ਲੈਣਾ, ਮੈਂ ਤਾਂ ਉਹ ਬੰਦਾ ਬਣਨਾ। ਜਿਹੜਾ ਕਹਿੰਦਾ ਪਰ ਉਨਾ ਚਿਰ ਪਤਾ ਨਹੀਂ ਲੱਗਦਾ ਜਿੰਨਾ ਚਿਰ ਤੁਸੀਂ ਉਸ ਕੰਮ 'ਚ ਪੈਂਦੇ ਨਹੀਂ। ਹਾਂਜੀ ਹਾਂ। ਨਹੀਂ ਮਗਰੋਂ ਤਾਂ ਚਲੋ ਹੁਣ ਬਹੁਤ ਸੋਰਸ, ਹੁਣ ਤਾਂ ਮਗਰੋਂ ਹੁਣ ਪਿੱਛੇ ਜੇ ਤਾਂ ਮੈਂ ਕਈ ਸਾਲਾਂ ਤੋਂ ਮਿਊਜ਼ਿਕ ਕਾਨਫਰੰਸ ਜਿੰਨੀਆਂ ਹੁੰਦੀਆਂ ਨੇ ਉਹ ਅਟੈਂਡ ਕੀਤੀਆਂ। ਹਾਂਜੀ ਜਿੰਨੇ ਗੋਰੇ ਨੇ ਜਿਹਨੇ ਮੈਡੋਨਾ ਨੂੰ ਲਾਂਚ ਕੀਤਾ ਜਾਂ ਇਹਨਾਂ ਨੂੰ ਸਾਰਿਆਂ ਨੂੰ ਮੈਂ ਮਿਲਿਆ, ਉਹਨਾਂ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਵੀ ਤੁਸੀਂ ਕਿਵੇਂ ਕੰਮ ਕਰਦੇ ਹੋ ਜਾਂ ਕਿਵੇਂ ਸ਼ੁਰੂ ਕੀਤਾ ਸੀ। ਹੁਣ ਤਾਂ ਸਾਡੇ ਹੱਥਾਂ 'ਚ ਬਹੁਤ ਕੁਛ ਆ। ਹੁਣ ਤਾਂ ਸਾਰੀ ਦੁਨੀਆ ਇੱਕ ਹੋ ਗਈ ਨਾ। ਹੁਣ ਤਾਂ ਇੱਕੋ ਹੀ ਚੀਜ਼ ਆ। ਇਹ ਉਹੀ ਸਟੂਡੀਓ ਭਾਈ ਜਿੱਥੇ ਮੈਂ ਆਇਆ ਸੀ। ਇਹ ਨਹੀਂ ਇਹ ਹੋ ਰਿਹਾ ਪਰ ਸਮਾਨ ਉਹੀ ਆ। ਸਮਾਨ ਠੀਕ ਹੈ। ਅੱਛਾ। ਤੇ ਸਾਨੂੰ ਕਈ ਵਾਰੀ ਸਾਡਾ ਇੰਟਰਸਟਿੰਗ ਸਟਰੈਸ ਵਾਲਾ ਵੀ ਹੁੰਦਾ ਕੰਮ ਭਾਜੀ, ਪਰ ਵਿੱਚ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਵਿੱਚ। ਜਿਵੇਂ ਮੈਂ 2008-9 ਤੋਂ 11 ਤੱਕ ਜਲੰਧਰ ਰਿਹਾ ਸਪੀਡ ਰਿਕਾਰਡ ਦੇ ਆਫਿਸ, ਉੱਥੇ ਕੰਮ ਕਾਰ ਸਾਰਾ ਦੇਖਦਾ ਹੁੰਦਾ ਸੀ। ਤੇ ਉਦੋਂ ਅਸੀਂ ਆਪਣੇ ਦਫ਼ਤਰ 'ਚ ਦੋ ਤਿੰਨ ਕੁ ਜਾਣੇ ਹੀ ਹੁੰਦੇ ਸੀ। ਤੇ ਜਿਵੇਂ ਦੇਬੀ ਭਾਜੀ ਨਾਲ ਤੁਸੀਂ ਦੇਬੀ ਲਾਈਵ ਦੀ ਗੱਲ ਕਰਦੇ ਸੀ, ਹੁਣ ਮੈਂ ਗੱਲ ਕੋਈ ਹੋਰ ਸੁਣਾਉਣ ਲੱਗਿਆ ਸੀ, ਉਹ 'ਚੋਂ ਆਹ ਗੱਲ ਨਿਕਲ ਗਈ। ਤਾਂ ਉਦੋਂ ਅਸੀਂ ਉੱਥੋਂ ਸਪੀਡ ਰਿਕਾਰਡ ਤੋਂ ਪੂਜਾ ਹੋਣਾ ਦੀ ਕੈਸਟ ਕੱਢੀ, ਪੂਜਾ ਲਾਈਵ। ਉਹ ਦੇਬੀ ਭਾਜੀ ਵਾਲੇ ਲਾਈਵ ਤੋਂ ਬਾਅਦ ਉਹ ਰਿਵਾਜ ਹੋ ਗਿਆ ਸੀਗਾ, ਕਈ ਜਾਣਿਆਂ ਨੇ ਕੱਢੀ ਸੀ। ਤਾਂ ਉੱਥੇ ਰੂਬੀ ਇਲੈਕਟ੍ਰੋਨਿਕਸ ਤੇ ਸੋਨੂ ਭਾਜੀ ਹੋਣੀ ਬਹਿੰਦੇ ਹੁੰਦੇ ਸੀਗੇ। ਤਾਂ ਉੱਥੇ ਅਸੀਂ ਦੁਕਾਨ ਤੇ ਬੈਠੇ, ਤਾਂ ਉੱਥੇ ਬੰਦਾ ਆਇਆ ਇੱਕ, ਉੱਦਾਂ ਹੀ ਕੈਸਟ ਲੈਣ, ਕੋਈ ਦੁਕਾਨ ਵਾਲਾ ਨਹੀਂ ਸੀਗਾ, ਉੱਦਾਂ ਹੀ ਨੋਰਮਲ ਬੰਦਾ, ਕਸਟਮਰ। ਉਹ ਆ ਕੇ ਕਹਿੰਦਾ, ਉਹ ਯਾਰ ਕਹਿੰਦਾ ਮੈਨੂੰ ਮਿਸ ਪੂਜਾ ਦੀ ਦੇਬੀ ਲਾਈਵ ਦਈ। ਤੇ ਉਹ ਗੱਲ ਬੜੇ ਵਾਰੀ ਇਹ ਗੱਲ 'ਚ ਯਾਦ ਆ ਗਈ ਵੀ ਅਸੀਂ ਬੜਾ ਹੱਸੇ ਸਾਰੇ ਜਾਣੇ, ਕਿਉਂਕਿ ਉਹ ਕਈ ਵਾਰੀ ਉਹ ਪੋਪੂਲਰ ਐਨੀ ਹੋ ਗਈ ਸੀ ਦੇਬੀ ਭਾਈ ਦੀ ਦੇਬੀ ਲਾਈਵ। ਨਹੀਂ ਉਹ ਜਦੋਂ ਇੱਕ ਚੀਜ਼ ਜਿਹੜੀ ਚੱਲਦੀ ਨਾ ਸਾਰੇ ਉਹੀ ਕਰਨ ਲੱਗ ਪੈਂਦੇ ਆ। ਦੂਜਾ ਨਹੀਂ ਯਾਰ ਕਹਿੰਦੇ ਹੁੰਦੇ ਆਪਣਾ ਫੋਟੋ ਕਾਪੀ ਨੂੰ, ਇੱਥੇ ਸਾਡੇ ਬਹੁਤ ਕਹਿੰਦੇ ਆ ਯਾਰ ਇਹਦੀ ਜ਼ੀਰੋਕਸ ਕਾਪੀ ਕਰ ਲਿਆ। ਉਹ ਜ਼ੀਰੋਕਸ ਜਿਹੜਾ ਇੱਧਰ ਕਹਿੰਦੇ ਉਹ ਤਾਂ ਇੱਕ ਕੰਪਨੀ ਆ। ਜਾਂ ਟੂਥਪੇਸਟ ਨੂੰ ਲੋਕ ਕੋਲਗੇਟ ਕਹਿੰਦੇ, ਯਾਰ ਕੋਲਗੇਟ ਦੇ। ਉਹ ਗੱਲ ਆ ਵੀ ਪੂਜਾ ਦੀ ਦੇਬੀ ਲਾਈਵ ਦੇ ਹਨਾ, ਮਿਸ ਪੂਜਾ ਦੀ ਦੇਬੀ। ਏਦਾਂ ਹੀ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਨਾ ਹੁਣ ਵੀ ਰੋਜ਼ ਓਦਾਂ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨੇ। ਤੇ ਉਦੋਂ ਪਾਇਰੇਸੀ ਵਾਲਾ ਵੀ ਸਿਸਟਮ ਚੱਲਦਾ ਸੀ। ਮੈਂ ਕੋਰਟ 'ਚ ਸੀਗਾ ਕੋਈ ਤਰੀਕ, ਤੇ ਉਹ ਬੜਾ ਗਰਮੀ 'ਚ ਧੁੱਪ 'ਚ ਮੈਂ ਪੂਰਾ ਖਪਿਆ ਹੋਇਆ, ਤੇ ਮੈਂ ਕਲਪਿਆ ਹੋਇਆ ਪੂਰਾ। ਤੇ ਬਾਹਰ ਕਦੇ ਉਹ ਸਾਡਾ ਵਕੀਲ ਸੀ ਜਿਹੜਾ ਕਦੇ ਕਿਸੇ ਕਲਰਕ ਕੋਲੇ ਭੇਜ ਦਿਆ ਕਰੇ ਵੀ ਆਹ ਚੀਜ਼ ਦੀ ਫੋਟੋ ਕਾਪੀ ਕਰਾ ਲਿਆਓ ਜੀ, ਲਿਖਵਾ ਕੇ ਇਹਨੂੰ ਫਲਾਣੇ ਤੋਂ ਸਾਈਨ ਕਰਵਾ ਕੇ ਲੈ ਆਓ ਜੀ। ਉਹ ਪਾਇਰੇਸੀ ਵਾਲਾ ਬੰਦੇ ਜਿਹੜੇ ਫੜਦੇ ਹੁੰਦੇ ਸੀ, ਫਿਰ ਉਹਦੀ ਤਰੀਕ ਤੇ ਵੀ ਜਾਣਾ ਪੈਂਦਾ ਸੀ ਸਾਨੂੰ। ਬੜੀ ਦੂਰ ਹੁੰਦੀਆਂ ਸੀਗੀਆਂ ਤਰੀਕਾਂ। ਹਾਂਜੀ। ਤੇ ਅੱਛਾ ਮਗਰੋਂ ਫਿਰ ਕਲਾਕਾਰ ਸਾਰੇ ਮੇਰੇ ਨਾਲ ਹੀ ਕੰਟੈਕਟ 'ਚ ਹੁੰਦੇ ਸੀ, ਜਿਨ੍ਹਾਂ ਦੀਆਂ ਕੈਸਟਾਂ ਕੋਈ ਰਿਲੀਜ਼ ਹੋਣੀਆਂ, ਐਲਬਮਸ ਰਿਲੀਜ਼ ਹੋਣੀਆਂ। ਤੇ ਕਿਸੇ ਨੇ ਕਹੀ ਜਾਣਾ ਯਾਰ ਮੇਰੇ ਪ੍ਰੋਮੋ ਕਾਰਡ ਚੱਲ ਰਹੇ ਨੇ, ਕਿਸੇ ਨੇ ਕਹੀ ਜਾਣਾ ਯਾਰ ਮੇਰੀ ਕੈਸਟ ਫਲਾਣੀ ਜਗ੍ਹਾ ਨਹੀਂ ਮਿਲ ਰਹੀ, ਕਿਸੇ ਨੇ ਕਹਿਣਾ ਯਾਰ ਮੇਰੀ ਰਿਲੀਜ਼ ਹੋਣ ਵਾਲੀ ਆ, ਕਦੋਂ ਰਿਲੀਜ਼ ਹੋਊਗੀ ਕਿਸੇ ਨੇ। ਤਾਂ ਉਹ ਸਾਰਿਆਂ ਦੇ ਆਪਣੀਆਂ ਗੱਲਾਂ ਹੁੰਦੀਆਂ ਸੀ। ਤਾਂ ਇੱਕ ਮੈਂ ਚਲੋ ਕਲਾਕਾਰ ਦਾ ਨਾਂ ਤਾਂ ਨਹੀਂ ਲੈਣਾ, ਤੇ ਉਹ ਕਲਾਕਾਰ ਨੇ ਮੈਨੂੰ ਬਹੁਤ ਫੋਨ ਮੈਸੇਜ ਵੀ ਯਾਰ ਮੇਰੀ ਫਲਾਣੇ ਬੰਦੇ ਨੇ ਕੈਸਟ ਰਿਲੀਜ਼ ਕਰਨੀ ਆ, ਤੁਸੀਂ ਮੇਰਾ ਯਾਰ ਪੋਸਟਰ ਜਿਹੜਾ ਆਰਟ ਵਰਕ ਹੈ ਐਲਬਮ ਦਾ ਯਾਰ ਪਲੀਜ਼ ਛੇਤੀ ਬਣਵਾ ਕੇ ਭੇਜ ਯਾਰ ਬੰਟੀ, ਤੂੰ ਛੇਤੀ ਭੇਜ। ਤੇ ਜਿਹੜਾ ਸਾਡੇ ਦਫ਼ਤਰ ਮੁੰਡਾ ਸੀਗਾ, ਮੈਂ ਉਹਨੂੰ ਕਲਪੇ ਹੋਏ ਨੇ ਮੈਸੇਜ ਲਿਖਿਆ। ਤੇ ਜਿਵੇਂ ਉਹ ਆਪਾਂ ਨੂੰ ਕਈ ਵਾਰੀ ਜਿਵੇਂ ਰੂਟੀਨ 'ਚ ਆਪਾਂ ਨੂੰ ਪਤਾ ਨਹੀਂ ਲੱਗਦਾ, ਤੇ ਮੈਂ ਉਹਨੂੰ ਗਾਲਾਂ ਗੂਲਾਂ ਵੀ ਲਿਖਤੀਆਂ ਖਾਸੀਆਂ, ਵਿੱਚ ਹੀ ਕਲਾਕਾਰ ਨੂੰ ਵੀ ਗਾਲਾਂ ਲਿਖਤੀਆਂ ਵੀ ਯਾਰ ਉਹਨੇ ਫਲਾਣੇ ਨੇ ਜਾਨ ਕਰਦੀ ਆ ਮੇਰੀ, ਵੀ ਤੂੰ ਉਹਨੂੰ ਬਣਾ ਕੇ ਪਰਾਂ ਭੇਜ। ਯਾਰ ਮੈਂ ਕਿਹੜੇ ਕੰਮ ਇੱਥੇ ਗਰਮੀ 'ਚ
ਮੈਂ ਮਰੀ ਜਾਂਦਾ ਤੇ ਉਹਨੂੰ ਬਣਾ ਕੇ ਭੇਜ ਪੋਸਟਰ। ਤੇ ਉਹ ਮੈਂ ਕਰਕੇ ਫੋਨ ਜੇਬ ਵਿੱਚ ਪਾ ਕੇ ਤੇ ਕੰਮ ਕੁਮ ਕਰਕੇ ਮੈਂ ਦਫ਼ਤਰ ਗਿਆ। ਉੱਥੇ ਮੈਂ ਕਿਹਾ ਯਾਰ ਪੰਕਜ ਤੂੰ ਫਲਾਣੇ ਦਾ ਪੋਸਟਰ ਬਣਾ ਕੇ ਭੇਜਤਾ? ਕਹਿੰਦਾ ਨਾ ਭਾਜੀ। ਮੈਂ ਯਾਰ ਮੈਂ ਤੈਨੂੰ ਮੈਸੇਜ ਕੀਤਾ। ਕਹਿੰਦਾ ਮੈਨੂੰ ਤਾਂ ਨਹੀਂ ਕੀਤਾ ਮੈਸੇਜ। ਮੈਂ ਫੋਨ ਖੋਲ ਆਪਦਾ। ਉਹਨੇ ਫੋਨ ਖੋਲਿਆ, ਮੈਸੇਜ ਨਾ ਉੱਥੇ ਮੇਰਾ। ਮੈਂ ਆਪਣਾ ਫੋਨ ਖੋਲਿਆ, ਮੈਂ ਉਹ ਕਲਾਕਾਰ ਨੂੰ ਹੀ ਮੈਸੇਜ ਕੀਤਾ ਹੋਇਆ। ਮੈਂ ਉਹਨੂੰ ਕਿਹਾ ਮੈਂ ਹੁਣ ਤੂੰ ਥੋੜਾ ਜਿਹਾ ਜ਼ਿਆਦਾ ਵਧੀਆ ਬਣਾ ਕੇ ਭੇਜ ਤੇ ਤਾਂ ਵੀ ਉਹ ਗੁੱਸਾ ਨਾ ਹੋਵੇ ਕਲਾਕਾਰ ਨੂੰ। ਤੇ ਏਦਾਂ ਦੀਆਂ ਗੱਲਾਂ ਕਈ ਵਾਰੀ ਹੋ ਜਾਂਦੀਆਂ ਨੇ। ਫਿਰ ਮੈਂ ਕਿਹਾ ਮੈਂ ਯਾਰ ਸੌਰੀ ਮੈਂ ਭੇਜਣਾ ਸੀ। ਤਾਂ ਉਹਨੇ ਅੱਗੋਂ ਹਾਸੇ ਠੱਠੇ 'ਚ ਗੱਲ ਸਾਰਤੀ ਵੀ ਚਲੋ ਕੋਈ ਨਹੀਂ ਐ ਹੋ ਜਾਂਦਾ। ਏਦਾਂ ਦੀ ਬਹੁਤ ਗੱਲਾਂ ਨੇ ਜਿਹੜੀਆਂ ਹੋ ਜਾਂਦੀਆਂ ਨੇ। ਪਰ ਇੱਥੇ ਇਹ ਤਾਂ ਗੱਲ ਬਹੁਤ ਵਧੀਆ, ਬੰਦੇ ਨੂੰ ਬਹੁਤ ਮਹਿਸੂਸ ਹੁੰਦਾ ਗਲਤ ਮੈਸੇਜ ਚੱਲ ਜਾਂਦਾ। ਪਰ ਮੈਂ ਇੱਥੇ ਇੱਕ ਗੱਲ ਸਾਰੇ ਨਾ ਸੁਣਨ ਵਾਲਿਆਂ ਨੂੰ ਦੱਸਣੀ ਚਾਹੁੰਦਾ ਕਿ ਜੇ ਮੈਂ ਕਹਿ ਦੇਵਾਂ ਕਿਸੇ ਨੂੰ ਕਹਿ ਦੇਵਾਂ ਯਾਰ ਬੰਟੀ ਕੁਛ ਨਹੀਂ ਬੰਦਾ, ਜਾਂ ਤੁਸੀਂ ਕਹਿ ਦਿਓ ਯਾਰ ਕੁਛ ਨਹੀਂ ਸੰਗਤਾਰ ਨੇ ਐਵੇਂ ਮਾਰੀ ਜਾਣੀਆਂ ਗੱਲਾਂ ਜਾਂ ਕੁਛ ਵੀ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਦਿਲ 'ਚ ਉਸ ਬੰਦੇ ਲਈ ਪਿਆਰ ਨਹੀਂ ਹੈ। ਬਿਲਕੁਲ। ਜਿਹੜਾ ਅਸੀਂ ਦੂਜੇ ਬੰਦੇ ਦੀਆਂ ਸੋਚਾਂ, ਜਦੋਂ ਅਸੀਂ ਕਿਸੇ ਬੰਦੇ ਦਾ ਮੈਸੇਜ ਦੇਖ ਲਿਆ ਹੁਣ ਮੇਰੇ ਬਾਰੇ ਉਹਨੂੰ ਕੀ ਲਿਖਿਆ, ਉਹ ਅਸੀਂ ਕਿਸੇ ਦੀ ਸੋਚ ਪੜ੍ਹ ਰਹੇ ਹਾਂ। ਸਾਨੂੰ ਕਿਸੇ ਦੀ ਸੋਚ ਪੜ੍ਹਨ ਦਾ ਅਧਿਕਾਰ ਨਹੀਂ ਹੈ। ਬਿਲਕੁਲ। ਤੇ ਉਹ ਜਿਹੜੀ ਸੋਚ ਹੁੰਦੀ ਆ ਉਹ ਪਤਾ ਨਹੀਂ ਅਗਲੇ ਦੇ ਅੰਦਰ ਕੀ ਚੱਲ ਰਿਹਾ। ਉਹ ਤੋਂ ਇਹ ਨਹੀਂ ਵਿਚਾਰ ਲੈ ਲੈਣਾ ਚਾਹੀਦਾ ਜੇ ਤੁਹਾਨੂੰ ਪਤਾ ਵੀ ਲੱਗ ਜਾਵੇ ਫਲਾਨੇ ਬੰਦੇ ਨੇ ਯਾਰ ਮੇਰੇ ਬਾਰੇ ਏਦਾਂ ਕਿਹਾ। ਤੇ ਉਹਦਾ ਕੋਈ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦਾ ਜਾਂ ਕੋਈ ਏਦਾਂ ਗੱਲ। ਕਿਉਂਕਿ ਅਸੀਂ ਯਾਰ ਆਪਸ ਵਿੱਚ ਮੈਨੂੰ ਪਤਾ ਵੀ ਸਾਡਾ ਭਰਾਵਾਂ ਦਾ ਆਪਸ ਵਿੱਚ ਪਿਆਰ ਜਾਂ ਭੈਣ ਭਰਾ ਅਸੀਂ ਘਰ ਆ। ਤੇ ਅਸੀਂ ਆਪ ਕਈ ਵਾਰੀ 100 ਵਾਰੀ ਏਦਾਂ ਕਰਦੇ ਰਹੀਦਾ ਯਾਰ ਉਹ ਕਮਲ ਨੂੰ ਫੇਰ ਮੈਨੂੰ ਹੁਣ ਮੈਂ ਨਹੀਂ ਹੁਣ ਉਹਨੂੰ ਕਹਿਣਾ, ਉਹ ਤਾਂ ਏਦਾਂ ਹੀ ਕਰਦਾ ਜਿੱਦਾਂ ਏਦਾਂ ਕਰੇ ਹੁੰਦੀਆਂ ਹੀ ਰਹਿੰਦੀਆਂ ਯਾਰ ਰੋਜ਼ ਇਹ ਗੱਲਾਂ। ਤੇ ਹੁਣ ਜੇ ਉਹ ਕਿਤੇ ਅਚਾਨਕ ਦੇਖ ਲਵੇ ਤਾਂ ਉਹ ਕਹੇ ਤੂੰ ਇਹ ਕਿੱਦਾਂ ਕਹਿਤੀ ਗੱਲ, ਏਦਾਂ ਨਹੀਂ ਹੁੰਦਾ। ਸੋ ਇਹ ਗੱਲ ਮਨ 'ਚ ਰੱਖਣੀ ਚਾਹੀਦੀ ਜੇ ਤੁਹਾਨੂੰ ਕਿਤੇ ਗੱਲ ਪਤਾ ਲੱਗ ਵੀ ਜਾਵੇ ਵੀ ਫਲਾਨੇ ਬੰਦੇ ਨੇ ਮੇਰੇ ਬਾਰੇ ਏਦਾਂ ਕੀ ਆ, ਤੇ ਉਹਦੇ ਨਾਲ ਆਪਣਾ ਵਿਚਾਰ ਨਹੀਂ ਬਦਲਣਾ ਚਾਹੀਦਾ। ਨਾ ਬਿਲਕੁਲ ਬਦਲ ਭਾਜੀ, ਮੈਂ ਕਦੇ ਵੀ ਨਹੀਂ ਬਦਲਦਾ। ਮੈਂ ਤੁਹਾਨੂੰ ਇਹ ਗੱਲਾਂ 'ਚੋਂ ਇੱਕ ਗੱਲ ਹੋਰ ਯਾਦ ਆ ਗਈ। ਚਲੋ ਤੁਸੀਂ ਵੀ ਗੱਲ ਕਰਕੇ ਹਟੇ ਹੋ ਗਿੱਲ ਰੌਂਤੇ ਨਾਲ। ਤੇ ਅੱਛਾ ਸਿੱਧੂ ਸਾਡਾ ਦੋਨਾਂ ਦਾ ਹੀ ਅਸੀਂ ਮਿਊਚੁਅਲ ਫਰੈਂਡਸ ਆ, ਅਸੀਂ ਮਿੱਤਰ ਆ। ਸਿੱਧੂ ਤੇ ਗਿੱਲ ਰੌਂਤਾ ਵੀ ਆਪਸ 'ਚ ਦੋਸਤ ਨੇ, ਅਸੀਂ ਵੀ ਦੋਸਤ। ਇੱਕ ਦਿਨ ਦੁਪਹਿਰ ਨੂੰ ਅਸੀਂ ਜੇ ਤੁਹਾਡੀ ਗਿੱਲ ਨਾਲ ਗੱਲ ਹੋਵੇ ਤੇ ਇਹ ਗੱਲ ਪੁੱਛਿਓ ਜ਼ਰੂਰ, ਉਹਨੇ ਬਹੁਤ ਹੱਸਣਾ। ਤੇ ਅਸੀਂ ਸਿੱਧੂ ਦੇ ਘਰੇ ਬੈਠੇ ਰੋਟੀ ਖਾਈ ਜਾਈਏ ਅਸੀਂ ਦੋਨੇ ਜਾਣੇ, ਤੇ ਗਿੱਲ ਦਾ ਫੋਨ ਆ ਗਿਆ। ਅੱਛਾ ਗਿੱਲ ਨਾਲ ਉਹੀ ਅਸੀਂ ਸ਼ੁਗਲ ਕਰਦੇ ਰਹਿੰਦੇ ਹਾਂ ਅੱਗੇ ਪਿੱਛੇ ਵੀ। ਅਸੀਂ ਕਿਤੇ ਅੱਡ ਵੀ ਮਿਲੀਏ, ਗਿੱਲ ਇੱਥੇ ਨਾ ਵੀ ਹੋਵੇ ਬਾਹਰ ਵੀ ਹੁੰਦਾ, ਤੇ ਅਸੀਂ ਉਹਦੀਆਂ ਗੱਲਾਂ ਕਰਕੇ ਹੱਸਦੇ ਰਹਿੰਦੇ ਹਾਂ ਐਵੇਂ ਆਪਸ 'ਚ। ਤੇ ਸਿੱਧੂ ਕਹਿੰਦਾ ਬਾਈ ਗਿੱਲ ਦਾ ਫੋਨ ਆ ਗਿਆ, 1 ਮਿੰਟ ਕਹਿੰਦਾ ਸਪੀਕਰ ਤੇ ਲਾਉਣਾ। ਤੇ ਸਪੀਕਰ ਤੇ ਲਾ ਲਿਆ ਫੋਨ ਗਿੱਲ ਰੌਂਤੇ ਦਾ। ਤੇ ਉਹ ਸਿੱਧੂ ਨੂੰ ਕਹਿੰਦਾ ਯਾਰ ਯਾਰ ਮੈਂ ਤੈਨੂੰ ਉਹ ਗਾਣਾ ਭੇਜੇ ਸੀ ਯਾਰ, ਲੋਕ ਤੱਥ ਬੜੇ ਵਧੀਆ ਨੇ, ਤੂੰ ਯਾਰ ਉਹ ਜਸਵਿੰਦਰ ਬਰਾੜ ਭੂਆ ਦੇ ਰਿਕਾਰਡ ਕਰ ਲਾ ਯਾਰ, ਉਹ ਕਰਕੇ ਯਾਰ ਉਹ ਬੜੇ ਵਧੀਆ ਬਣਦੇ ਨੇ। ਉਹ ਯਾਰ ਪਰਸੋਂ ਚੌਥੇ ਸਟੋਰੀ ਜੀ ਪਾਈ ਹੋਈ ਸੀ ਯਾਰ, ਉਹ ਬੰਟੀ ਬੈਂਸ ਨੇ ਯਾਰ, ਉਹਦੇ ਬੇਕਾਰ ਜਿਹੇ ਗਾਣੇ ਹੁੰਦੇ ਨੇ ਯਾਰ, ਉਹ ਐਵੇਂ ਪਹਿਲਾਂ ਉਹਨੇ ਕਰ ਲੈਣਾ। ਸਾਡਾ ਹਾਸਾ ਨਿਕਲ ਗਿਆ ਦੋਨਾਂ ਦਾ। ਤੇ ਮੈਂ ਕੀ ਬੋਲੀ ਜਾਂਦਾ ਤੂੰ, ਉਹਨੇ ਉਸੇ ਵੇਲੇ ਫੋਨ ਕੱਟਤਾ ਗਿੱਲ ਨੇ। ਅੱਛਾ ਉਹ ਤੋਂ ਪਹਿਲਾਂ ਜਦੋਂ ਮੇਰਾ ਕੋਈ ਗਾਣਾ ਆਉਣਾ, ਗਿੱਲ ਦਿਲੋਂ ਹਰੇਕ ਗਾਣਾ ਉਹਨੇ ਕਾਰ 'ਚ ਸੁਣਨਾ ਵੀ, ਤੇ ਸੁਣ ਕੇ ਉਹਦੀ ਇੰਸਟਾ ਤੇ ਜਾਂ ਸਨੈਪਚੈਟ ਤੇ ਸਟੋਰੀ ਪਾ ਕੇ ਮੈਨੂੰ ਮੈਸੇਜ ਵੀ ਕਰਨਾ ਵੀ ਬਾਈ ਆਹ ਗਾਣਾ ਬਹੁਤ ਵਧੀਆ ਲੱਗਿਆ। ਤੇ ਉਦਾਂ ਵੀ ਗੱਲਾਂ ਬਾਤਾਂ ਕਰਦੇ ਰਹਿੰਦੇ ਵੀ ਬਾਈ ਉਹ ਫਲਾਣੇ ਗਾਣਾ ਬੜਾ ਵਧੀਆ ਸੀ। ਉਹ ਮੈਨੂੰ ਪਤਾ ਹੀ ਹੁੰਦਾ ਵੀ ਦਿਲੋਂ ਹੁੰਦੀਆਂ ਨੇ। ਉਹ ਜਿੱਦਾਂ ਇੱਕ ਚੀਜ਼ ਨੂੰ ਚਮਕਾਉਣ ਲਈ ਨਾ ਕਈ ਵਾਰੀ ਦੂਜੀ ਨੂੰ ਥੋੜਾ ਜਿਹਾ ਡਾਰਕ ਵੀ ਦੱਸਣਾ ਪੈਂਦਾ। ਅੱਛਾ ਉਹ ਫੋਨ ਕੱਟ ਕੇ ਤੇ ਉਹਦਾ ਮੈਸੇਜ ਆਇਆ ਸਿੱਧੂ ਨੂੰ, ਕਹਿੰਦਾ ਇਹ ਯਾਰ ਤੂੰ ਬਹੁਤ ਕੰਮ ਗਲਤ ਕਰਤਾ, ਕਹਿੰਦਾ ਮੈਂ ਤਾਂ ਖੇਤ ਸੀ, ਮੈਂ ਤਾਂ ਹੁਣੇ ਹੀ ਆ ਰਿਹਾ। ਤੇ ਅੱਛਾ ਉਹ ਅੱਧੇ ਪੌਣੇ ਘੰਟੇ 'ਚ ਉੱਥੇ ਪਹੁੰਚ ਗਿਆ। ਕਹਿੰਦਾ ਵੀ ਮੇਰੇ ਤੋਂ ਤਾਂ ਇਹ ਬਹੁਤ ਵੱਡੀ ਗਲਤੀ ਹੋ ਗਈ। ਮੈਂ ਹੱਸੀ ਜਾਵਾਂ, ਮੈਂ ਯਾਰ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੋਇਆ ਇਹ ਗੱਲ। ਤੇ ਉਹ ਗੱਲ ਤੋਂ ਅਸੀਂ ਉਹਨੂੰ ਅਜੇ ਤੱਕ ਛੇੜਦੇ ਰਹਿੰਦੇ ਹਾਂ। ਉਹ ਮੈਨੂੰ ਤਾਂ ਪਤਾ ਹੈ ਵੀ ਉਹ ਦਿਲੋਂ ਨਹੀਂ ਹੁੰਦੀ ਗੱਲ, ਕੋਈ ਨਾ ਹੀ ਦਿਲ 'ਚ ਹੁੰਦੀ ਆ। ਉਹ ਅਸੀਂ ਜਿਹੜੀ ਉਹ ਗੱਲ ਸਾਡੇ ਸੁਣਨ ਲਈ ਨਹੀਂ ਬਣੀ ਉਹ ਨਾ, ਉਹ ਆਪਾਂ ਨਾ ਹੀ ਸੁਣੀਏ ਤਾਂ ਬਹੁਤ ਚੰਗਾ ਹੁੰਦਾ। ਬਿਲਕੁਲ ਉਹ ਗੱਲ ਬਣੀ ਉਹ ਤੇਰੇ ਸੁਣਨ ਲਈ ਬਣੀ ਨਹੀਂ ਸੀਗੀ ਗੱਲ। ਬਿਲਕੁਲ। ਅੱਛਾ ਚੰਗਾ ਬੰਟੀ, ਬਹੁਤ ਬਹੁਤ ਧੰਨਵਾਦ ਯਾਰ।
ਭਾਜੀ ਨਹੀਂ ਥੈਂਕ ਯੂ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ। ਇਹ ਤਾਂ ਤੁਸੀਂ ਬਹੁਤ ਵਧੀਆ ਸ਼ੁਰੂ ਕੀਤਾ ਹੈ। ਥੋੜੇ ਦਿਨ ਪਹਿਲਾਂ ਮਨਮੋਹਨ ਭਾਜੀ ਹੁਣਾਂ ਨੂੰ ਮੈਂ ਮਿਲਿਆ ਸੀ ਜਾਰਡਨ ਦੇ ਵਿਆਹ ਤੇ ਮੈਂ ਇਹੀ ਗੱਲ ਕਰਦਾ ਸੀ ਵੀ ਹੁਣ ਗਾਇਕਾਂ ਲਈ, ਗਾਉਣ ਵਾਲਿਆਂ ਲਈ, ਮਿਊਜ਼ਿਕ ਬਣਾਉਣ ਵਾਲਿਆਂ ਲਈ, ਗਾਣੇ ਲਿਖਣ ਵਾਲਿਆਂ ਲਈ ਇਹ ਬਹੁਤ ਵਧੀਆ ਮੌਕਾ, ਸੁਨਹਿਰੀ ਮੌਕਾ ਉਹਨਾਂ ਦੀ ਗਾਇਕੀ ਕੱਢਣ ਲਈ ਬਾਹਰ ਆਪਣੀ। ਕਿਉਂਕਿ ਹੁਣ ਜਿਹੜੀ ਸੁਣਨਾ ਸ਼ੁਰੂ ਦੁਬਾਰੇ ਫੇਰ ਕਰਤਾ, ਦੇਖਣੋਂ ਹਟ ਗਏ ਲੋਕ। ਪਿੱਛੇ ਕਨਫਿਊਜ਼ ਹੋ ਕੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਜੇ ਅਸੀਂ ਗਾਣਾ ਕੱਢਣਾ ਤੇ ਉਹਦਾ ਵੀਡੀਓ ਵੀ ਬਣਾਉਣਾ ਹੀ ਪੈਣਾ, ਦਿਖਾਉਣਾ ਹੀ ਪੈਣਾ। ਪਰ ਇਹ ਹੁਣ ਬਿਲਕੁਲ ਨਹੀਂ ਰਿਹਾ ਏਦਾਂ ਦਾ ਸਿਸਟਮ। ਪਿੱਛੇ ਜੇ ਕਿੰਨੇ ਹੀ ਗਾਣੇ ਨੇ ਜਿਨ੍ਹਾਂ ਦੇ ਕੋਈ ਵੀਡੀਓ ਨਾਲ ਕੋਈ ਲੈਣਾ ਦੇਣਾ ਨਹੀਂ, ਈਵਨ ਉਹਦੇ ਆਰਟ ਵਰਕ ਨਾਲ ਵੀ ਕੋਈ ਲੈਣਾ ਦੇਣਾ ਨਹੀਂ। ਭਾਵੇਂ ਉਹਦਾ ਟਾਈਟਲ ਲਿਖ ਕੇ ਕਲਾਕਾਰ ਦੀ ਫੋਟੋ ਬਣਾ ਲਾਓ, ਜੇ ਚੰਗਾ ਗਾਣਾ ਉਹ ਤਾਂ ਵੀ ਚੱਲ ਜਾਣਾ ਤੇ ਤਾਂ ਵੀ ਚੱਲਣਾ ਹੈ। ਇਹ ਏਦਾਂ ਹੀ ਰਹਿਣਾ। ਸੋ ਹੁਣ ਵਧੀਆ ਟਾਈਮ ਆ ਵੀ ਹੁਣ ਵੱਧ ਤੋਂ ਵੱਧ ਜਿਹੜੇ ਗਾਣੇ ਕੱਢਣਾ ਚਾਹੀਦਾ, ਕੱਢਣੇ ਤੁਹਾਨੂੰ ਤੁਸੀਂ ਕੋਈ ਮਿਊਜ਼ਿਕ ਪ੍ਰੋਡਿਊਸਰ ਨੂੰ ਮਿਲ ਕੇ ਭਾਵੇਂ ਆਪੇ ਹੀ ਤੁਸੀਂ ਹੁਣ ਤਾਂ ਰਿਲੀਜ਼ ਕਰ ਸਕਦੇ ਹੋ। ਹਾਂਜੀ ਹਰ ਕੋਈ ਬੰਦਾ ਹੁਣ ਆਪ ਕਰ ਸਕਦਾ। ਹਰ ਇੱਕ ਬੰਦੇ ਕੋਲ ਹੁਣ ਪਹੁੰਚ ਆ ਹਰ ਇੱਕ ਪਲੇਟਫਾਰਮ ਤੇ ਜਾਣ ਦੀ। ਪਰ ਜਿਹੜੀ ਗੱਲ ਇਹ ਬੰਟੀ ਤੋਂ ਕੀਤੀ ਆ ਨਾ ਵੀ ਜਿਹੜੀ ਕਿ ਸਟਰੀਮਿੰਗ ਵੱਲ ਨੂੰ ਲੋਕ ਦੁਬਾਰਾ ਜਾ ਰਹੇ ਆ, ਬਿਲਕੁਲ ਇਹ ਗੱਲ ਬਹੁਤ ਜ਼ਰੂਰੀ ਆ। ਮੈਂ ਪੋਡਕਾਸਟ ਵੀ ਇਸ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਕਈ ਵਾਰੀ ਨਾ ਸਾਡਾ ਜੀ ਨਹੀਂ ਕਰਦਾ ਕਿਸੇ ਚੀਜ਼ ਵੱਲ ਨੂੰ। ਜਿਹੜਾ ਸਾਡਾ ਵਿਜ਼ੂਅਲ ਕੋਰਟੈਕਸ ਆ ਉਹ ਹੋਰ ਚੀਜ਼ ਆ ਜਿਹੜਾ ਦੇਖ ਰਿਹਾ, ਤੇ ਜਿਹੜਾ ਸਾਡਾ ਓਰਲ ਕੋਰਟੈਕਸ ਆ ਜਿਹੜਾ ਸੁਣ ਰਿਹਾ ਉਹ ਕੁਛ ਹੋਰ ਚੀਜ਼ ਆ। ਤੇ ਜਿਹੜਾ ਸਾਡਾ ਸਵਾਦ ਉਹ ਜਾਣੀ ਕਿ ਸਾਰੀਆਂ ਸੈਂਸਿਸ ਆ ਜਿਹੜੀਆਂ ਉਹ ਵੱਖ-ਵੱਖ ਆ। ਤੇ ਜਿਹੜਾ ਸੰਗੀਤ ਆ ਬਿਲਕੁਲ ਇਹ ਸੁਣਨ ਦਾ ਸਵਾਦ ਆ, ਸੁਣਨ ਵਾਲੀ ਚੀਜ਼ ਆ। ਸੁਣਨ ਵਾਲੀ ਆ ਤੇ ਲੋਕ ਇਹਨੂੰ ਸੁਣਨ ਤਾਂ ਉਹਦੇ ਵਿੱਚੋਂ ਖੁਸ਼ੀ ਮਿਲੂਗੀ। ਆਪ ਤੁਸੀਂ ਪੋਡਕਾਸਟ ਹੀ ਦੇਖਿਓ, ਇਹਦੇ ਚ ਬਹੁਤ ਆਉਣ ਵਾਲੇ ਟਾਈਮ ਚ ਦੇਖਿਓ ਇਹਦੀਆਂ ਇਨਵੈਸਟਮੈਂਟਸ ਕਿੰਨੀਆਂ ਹੋਣੀਆਂ ਨੇ। ਜਿੰਨੇ ਸਟਰੀਮਿੰਗ ਪਲੇਟਫਾਰਮ ਨੇ ਇਹਨਾਂ ਤੇ ਪੂਰੇ ਫੱਟੇ ਚੱਕੇ ਜਾਣੇ ਨੇ ਪੋਡਕਾਸਟ। ਚਲੋ ਇਨਵੈਸਟਮੈਂਟਸ ਉਹੀ ਗੱਲ ਫੇਰ ਆ ਗਈ ਵੀ ਇਨਵੈਸਟਮੈਂਟਸ ਤਾਂ ਕੋਈ ਨਹੀਂ, ਪਰ ਜਾਣੀ ਕਿ ਮੈਨੂੰ ਤਾਂ ਇਹ ਗੱਲ ਹੁੰਦਾ ਨਹੀਂ ਮੈਂ ਇਹ ਕਹਿਣਾ ਵੀ ਇਹ ਚੀਜ਼ਾਂ ਦੀ ਮਾਰਕੀਟਿੰਗ ਇਹਨਾਂ ਪਲੇਟਫਾਰਮਸ ਨੇ ਬਹੁਤ ਕਰਨੀ ਵੀ ਆ ਤੇ ਪਰ ਜਾਣੀ ਕਿ ਪੰਜਾਬੀ ਚ ਚਾਹੀਦੀ ਆ। ਹਾਂਜੀ ਤੇ ਅਸੀਂ ਇਸ ਕਰਕੇ ਚਾਹੁੰਦੇ ਸੀਗੇ ਕਿ ਪੰਜਾਬੀ ਚ ਇਹ ਕਿਉਂ ਨਹੀਂ ਹੈ। ਬਿਲਕੁਲ ਪੋਡਕਾਸਟ ਫਾਰਮੈਟ ਚਾਹੀਦਾ ਵੀ ਏਦਾਂ ਨਹੀਂ ਹੈ ਵੀ ਕੋਈ ਵੀਡੀਓ ਬਣਾ ਕੇ ਪੋਡਕਾਸਟ ਉਹਨੂੰ ਕਹੀ ਜਾਂਦਾ ਕੋਈ ਕੁਛ। ਉਹ ਕੱਲੀ ਆਡੀਓ ਉਹਦੀ ਹੋਵੇ ਤੇ ਉਹ ਆਡੀਓ ਚੱਲੇ। ਬਿਲਕੁਲ, ਇਹਦੇ ਲਈ ਭਾਜੀ ਵਧਾਈਆਂ ਤੁਹਾਨੂੰ ਬਹੁਤ। ਨਹੀਂ ਧੰਨਵਾਦ ਜੀ। ਤੇ ਪਰ ਤੁਸੀਂ ਤਾਂ ਮਹਾਰਾਜ ਬੜਾ ਸਾਡਾ ਸਦਾ ਸਾਥ ਦਿੱਤਾ ਤੇ ਸਾਡਾ ਵੀ ਸਦਾ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ ਤੇ ਚੜ੍ਹਦੀ ਕਲਾ ਚ ਰਹੋ ਮਹਾਰਾਜ। ਤੇ ਬਹੁਤ ਧੰਨਵਾਦ ਬਈ ਭਾਜੀ, ਥੈਂਕ ਯੂ। ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਤੇ ਮੈਂ ਸੁਣਨ ਵਾਲੇ ਸਰੋਤਿਆਂ ਨੂੰ ਵੀ ਕਹੂੰਗਾ ਵੀ ਜਿਹੜੀ ਇਹ ਪੋਡਕਾਸਟ ਵਾਲੀ ਚੀਜ਼ ਆ ਇਹ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿੰਨਾ ਜੇ ਹੋ ਸਕਦਾ ਤਾਂ ਉਹਨਾਂ ਨਾਲ ਸਾਂਝੀ ਕਰੋ ਤੇ ਆਪਾਂ ਨਾਲ ਮਿਲ ਕੇ ਹੀ ਸਾਰਿਆਂ ਨੇ ਇਹਨੂੰ ਅੱਗੇ ਵਧਾਉਣਾ। ਸ਼ੇਅਰ ਕਰਕੇ ਹੀ ਆ ਬਸ। ਹਾਂਜੀ ਜਿਹੜਾ ਜੇ ਤੁਸੀਂ ਚੀਜ਼ ਨੂੰ ਚੰਗੀ ਸੋਹਣੀ ਚੀਜ਼ ਕੜਾਹ ਬਣਾ ਕੇ ਘਰ ਰੱਖ ਛੱਡੋ ਤਾਂ ਕਿਸੇ ਨੂੰ ਕੀ ਪਤਾ ਕਿ ਕੌਣ ਬੰਦਾ ਵਧੀਆ ਬਣਾਉਂਦਾ। ਹਾਂਜੀ ਸਹੀ ਗੱਲ ਹੈ। ਚੰਗਾ ਬਈ, ਮਿਹਰਬਾਨੀ। ਠੀਕ ਹੈ ਭਾਜੀ, ਓਕੇ ਜੀ, ਸਤਿ ਸ੍ਰੀ ਅਕਾਲ। ਪੰਜਾਬੀ ਪੋਡਕਾਸਟ ਨੂੰ ਸੁਣਨ ਲਈ ਬਹੁਤ ਧੰਨਵਾਦ। ਅਸੀਂ ਹਰ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਪੰਜਾਬੀ ਪੋਡਕਾਸਟ ਦਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ। ਇਹਨੂੰ ਜਿੱਥੇ ਵੀ ਹੋ ਸਕਦਾ ਸ਼ੇਅਰ ਕਰੋ, ਜਿੰਨੀ ਵੀ ਹੋ ਸਕਦਾ ਸਾਡੀ ਹੌਸਲਾ ਅਫਜ਼ਾਈ ਕਰੋ, ਕਮੈਂਟ ਕਰਕੇ, ਲਾਈਕ ਕਰਕੇ, ਸਬਸਕ੍ਰਾਈਬ ਕਰਕੇ। ਜਿੰਨੇ ਸਾਡੇ ਹੌਸਲੇ ਵਧਣਗੇ ਉਨਾ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ ਕਿ ਨਵੇਂ ਤੋਂ ਨਵਾਂ ਐਪੀਸੋਡ ਤੁਹਾਡੇ ਸਾਹਮਣੇ ਲਿਆ ਸਕੀਏ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਸੰਗਤਾਰ ਵੱਲੋਂ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।